ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਗੁਰਬਾਣੀ ਵਿੱਚ ਭੇਜ ਦਿੰਦੇ ਆ ਕਿ ਜੇ ਬਹੁਤ ਵੱਡੇ ਭਾਗ ਹੋਣ ਤਾਂ ਹਰੀ ਦਾ ਨਾਮ ਧਿਆਇਆ ਜਾਂਦਾ। ਨਾਮ ਨੂੰ ਜਪ ਕੇ ਹੀ ਸੁੱਖ ਦੀ ਪ੍ਰਾਪਤੀ ਹੁੰਦੀ ਤੇ ਹਰੀ ਦੇ ਨਾਮ ਵਿੱਚ ਸਮਾ ਸਕਦੇ ਹਾਂ। ਗੁਰੂ ਸਾਹਿਬ ਗੁਰਬਾਣੀ ਵਿੱਚ ਫਰਮਾਉਂਦੇ ਆ, ਜੇ ਵੱਡ ਭਾਗ ਹੋਵੇ ਵੱਡ ਭਾਗੀ ਤਾਂ ਹਰ ਹਰ ਨਾਮ ਧਿਆਵੈ। ਮਹਾਰਾਜ ਕਹਿੰਦੇ ਵੱਡੇ ਭਾਗ ਹੋਣ ਤਾਂ ਨਾਮ ਧਿਆਇਆ ਜਾਂਦਾ। ਮਹਾਰਾਜ ਕਹਿੰਦੇ ਨਾਮ ਜਪਤ ਨਾਮੈ ਸੁਖ ਪਾਵੈ, ਕਿ ਜਦੋਂ ਅਸੀਂ ਨਾਮ ਜਪਦੇ ਹਾਂ ਨਾਮ ਦੁਆਰਾ ਸਾਨੂੰ ਸੁੱਖ ਮਿਲਦਾ। ਸਾਡਾ ਮਨ ਜਦੋਂ ਵਿਚਾਰਾਂ ਤੋਂ ਰਹਿਤ ਹੋ ਜਾਂਦਾ, ਫੁਰਨਿਆਂ ਤੋਂ ਰਹਿਤ ਹੋ ਜਾਂਦਾ, ਇਹ ਮਨ ਆਪਣੇ ਘਰ ਵਿੱਚ ਬੈਠਦਾ, ਸੁੰਨ ਵਿੱਚ ਚਲਾ ਜਾਂਦਾ, ਉੱਥੇ ਨੂੰ ਸੁੱਖ ਮਿਲਦਾ। ਅਤੇ ਮਹਾਰਾਜ ਕਹਿੰਦੇ ਆ ਜਦੋਂ ਫਿਰ ਆਪਣੇ ਘਰ ਬੈਠ ਜਾਂਦਾ ਮਨ, ਉੱਥੇ ਇਸ ਨੂੰ ਪਰਮਾਤਮਾ ਦੀ ਆਵਾਜ਼ ਸੁਣਾਈ ਦਿੰਦੀ, ਜਿਹਨੂੰ ਗੁਰਬਾਣੀ 'ਚ ਨਾਮ ਕਿਹਾ ਆ। ਮਹਾਰਾਜ ਕਹਿੰਦੇ ਹਰ ਨਾਮੇ ਨਾਮ ਸਮਾਵੈ। ਪਹਿਲਾਂ ਨਾਮ ਜਪਣਾ, ਨਾਮ ਨੂੰ ਜਪ ਕੇ ਵਿਚਾਰਾਂ ਤੋਂ ਰਹਿਤ ਮਨ ਨੂੰ ਕਰਨਾ, ਜਿਹੜਾ ਆਪਾਂ ਗੁਰਮੰਤਰ ਦਾ ਅਭਿਆਸ ਕਰ ਰਹੇ ਸੀ। ਜਦੋਂ ਆਪਾਂ ਗੁਰਮੰਤਰ ਦਾ ਅਭਿਆਸ ਕਰਦੇ ਹਾਂ ਸਾਡਾ ਮਨ ਵਿਚਾਰਾਂ ਤੋਂ ਰਹਿਤ ਹੋ ਜਾਂਦਾ। ਫਿਰ ਜਿਸ ਪਰਮਾਤਮਾ ਨੂੰ ਅਸੀਂ ਆਵਾਜ਼ ਦਿੰਦੇ ਹਾਂ, ਫਿਰ ਉਸ ਦੀ ਆਵਾਜ਼ ਨੂੰ ਜਦੋਂ ਮਨ ਸੁਣਦਾ ਉਸ ਵਿੱਚ ਸਮਾ ਜਾਂਦਾ। ਫਿਰ ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਆ ਫਿਰ ਇਹ ਭਗਤੀ ਮਾਰਗ ਸਾਡੀ ਸ਼ੁਰੂ ਹੁੰਦੀ। ਕਹਿੰਦੇ ਇਹਨੂੰ ਫਿਰ ਇਸ ਭਗਤੀ ਨੂੰ ਸਦਾ ਹੀ ਕਰੋ। ਕਹਿੰਦੇ ਗੁਰਮੁਖ ਭਗਤ ਕਰੋ ਸਧ ਪ੍ਰਾਣੀ, ਹਿਰਦੇ ਪ੍ਰਗਾਸ ਹੋਵੈ ਲਿਵ ਲਾਗੇ, ਗੁਰਮਤਿ ਹਰ ਹਰ ਨਾਮ ਸਮਾਣੀ। ਫਿਰ ਕਹਿੰਦੇ ਕਿ ਜਦੋਂ ਅਸੀਂ ਫਿਰ ਨਾਮ ਜਪਾਂਗੇ, ਨਾਮ ਵਿੱਚ ਸਮਾਵਾਂਗੇ, ਫਿਰ ਸਾਡਾ ਜਿਹੜਾ ਮਨ ਦਾ ਸਰੂਪ ਸਾਨੂੰ ਪਹਿਚਾਨ ਆ ਜਾਏਗੀ, ਆਤਮਿਕ ਪ੍ਰਕਾਸ਼ ਹੋ ਜਾਏਗਾ। ਫਿਰ ਕਹਿੰਦੇ ਗੁਰਮਤਿ ਗੁਰੂ ਦੀ ਮੱਤ ਦੁਆਰਾ ਜਦੋਂ ਇਸ ਤਰੀਕੇ ਨਾਲ ਆਪਾਂ ਸਿਮਰਨ ਕਰੋਗੇ ਫਿਰ ਹਰੀ ਦੇ ਨਾਮ ਵਿੱਚ ਸਾਡਾ ਮਨ ਸਮਾ ਜਾਏਗਾ। ਜਦੋਂ ਆਪਾਂ ਗੁਰਬਾਣੀ ਗੁਰੂ ਦੀ ਸ਼ਰਨ ਵਿੱਚ ਜਾਂਦੇ ਹਾਂ, ਗੁਰੂ ਸਾਹਿਬ ਸਾਨੂੰ ਭੇਜ ਦਿੰਦੇ ਆ ਕਿ ਸੰਗਤ ਵਿੱਚ ਜਾਣਾ ਬਹੁਤ ਜ਼ਰੂਰੀ ਆ, ਸੰਗਤ ਕਰਨੀ ਬਹੁਤ ਜ਼ਰੂਰੀ ਆ। ਸੰਗਤ ਕਰਕੇ ਸਾਡਾ ਜਿਹੜਾ ਮਨ ਤਰ ਜਾਂਦਾ। ਗੁਰੂ ਸਾਹਿਬ ਫਰਮਾਉਂਦੇ ਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਅਤੇ ਮਹਾਰਾਜ ਕਹਿੰਦੇ ਕਿ ਸੰਗਤ ਵਿੱਚ ਆ ਕੇ ਤਰਿਆ ਜਾਂਦਾ, ਸੰਗਤ ਵਿੱਚ ਆ ਕੇ ਸਾਨੂੰ ਸੋਝੀ ਮਿਲਦੀ, ਕਿਉਂਕਿ ਸੰਗਤ ਇੱਕ ਸਕੂਲ ਆ। ਮਹਾਰਾਜ ਗੁਰਬਾਣੀ 'ਚ ਕਹਿੰਦੇ ਸੰਗਤ ਸਤਿਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖਾਂ। ਕਹਿੰਦੇ ਸੰਗਤ ਵਿੱਚ ਆ ਕੇ ਅਸੀਂ ਹਰੀ ਦੇ ਗੁਣ ਸਿੱਖਦੇ ਹਾਂ। ਸੰਗਤ ਵਿੱਚ ਆ ਕੇ ਸਾਨੂੰ ਸੋਝੀ ਆਉਂਦੀ ਆ, ਸਾਡੇ ਮਨ ਦੀ, ਸਾਡੇ ਤਨ ਦੀ, ਕਾਇਆ ਦੀ ਖੋਜ ਹੁੰਦੀ ਆ। ਗੁਰਬਾਣੀ ਗੁਰੂ ਵਿੱਚ ਸੰਗਤ ਅਤੇ ਕੁਸੰਗਤ ਬਾਰੇ ਦੱਸਿਆ। ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, ਬਾਣੀ ਨੂੰ ਵਿਚਾਰਦੇ ਹਾਂ, ਅਤੇ ਗੁਰੂ ਸਾਹਿਬ ਕਹਿੰਦੇ ਆ ਸੰਗਤ ਵਿੱਚ ਜਾ ਕੇ ਅਸੀਂ ਆਪਣੀ ਖੋਜ ਕਰਨੀ ਹੁੰਦੀ ਆ ਕਿ ਸਾਡਾ ਜਿਹੜਾ ਮਨ, ਇਹਦਾ ਜਨਮ ਕਿੱਥੋਂ ਹੋਇਆ, ਮਨ ਨੂੰ ਕੀ ਸਮਝਾਇਆ ਗਿਆ, ਇੱਥੇ ਕਿਵੇਂ ਆ ਕੇ ਅਸੀਂ ਫਿਰ ਭੁੱਲ ਗਏ। ਫਿਰ ਮਹਾਰਾਜ ਕਹਿੰਦੇ ਜਦੋਂ ਭੁੱਲਿਆ ਹੋਇਆਂ ਨੂੰ ਜਦੋਂ ਆਪਾਂ ਗੁਰੂ ਦੀ ਸ਼ਰਨ ਵਿੱਚ ਜਾਂਦੇ ਹਾਂ, ਸੰਗਤ ਵਿੱਚ ਜਾਂਦੇ ਹਾਂ, ਸਾਨੂੰ ਪਿਛੋਕੜ ਯਾਦ ਦਿਵਾਇਆ ਜਾਂਦਾ ਸਾਡਾ। ਗੁਰੂ ਸਾਹਿਬ ਫਰਮਾਉਂਦੇ ਆ, ਮਨਸਾ ਧਾਰ ਜੋ ਕਰਤੇ ਆਵੈ, ਸਾਧ ਸੰਗਤ ਜਨਮ ਮਰਨ ਮਿਟਾਵੈ, ਆਸ ਮਨੋਰਥ ਪੂਰਨ ਹੋਵੈ, ਭੇਟਤ ਗੁਰ ਦਰਸਾਇਆ ਜਿਉ। ਜਦੋਂ ਸਾਡੀ ਗੁਰੂ ਨਾਲ ਭੇਟ ਹੁੰਦੀ ਫਿਰ ਸਾਨੂੰ ਗੁਰੂ ਦੁਆਰਾ ਇਹ ਸਾਰੀ ਸੋਝੀ ਆਉਂਦੀ, ਜਿਹੜੇ ਸਾਡੇ ਮਨ ਦੀ ਅਤੇ ਤਨ ਦੀ ਖੋਜ ਕਿਵੇਂ ਕਰਨੀ। ਫਿਰ ਗੁਰੂ ਸਾਹਿਬ ਆਪਾਂ ਨੂੰ ਸਮਝਾਉਂਦੇ ਆ, ਕਹਿੰਦੇ ਹਉ ਮਨ ਤਨ ਖੋਜੀ ਭਾਲ ਭੁਲਾਈ। ਕਹਿੰਦੇ ਕਿ ਮਨ ਅਤੇ ਤਨ ਦੀ ਖੋਜ ਕਰਨ ਵਾਸਤੇ ਭਾਲ ਕੀਤੀ। ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ। ਕਿਵੇਂ ਪਿਆਰਾ ਪ੍ਰੀਤਮ ਪਰਮਾਤਮਾ ਅਕਾਲ ਪੁਰਖ ਨਿਰੰਕਾਰ ਸਾਨੂੰ ਮਿਲੇ,
ਫਿਰ ਮਹਾਰਾਜ ਕਹਿੰਦੇ ਮਿਲ ਸਤ ਸੰਗਤ ਖੋਜ ਦਸਾਈ। ਫਿਰ ਕਹਿੰਦੇ ਖੋਜ ਕਿੱਥੋਂ ਹੋਈ? ਕਹਿੰਦੇ ਸੰਗਤ ਵਿੱਚੋਂ। ਵਿੱਚ ਸੰਗਤ ਹਰ ਪ੍ਰਭ ਵਸੇ ਜੀਓ, ਕਿ ਸੰਗਤ ਵਿੱਚ ਮਾਲਕ ਆਪ ਵਸਦਾ ਹੈ। ਜਦੋਂ ਫਿਰ ਆਪਾਂ ਸੰਗਤ ਕਰਦੇ ਹਾਂ, ਸੰਗਤ ਵਿੱਚ ਸਾਡੇ ਮਨ ਅਤੇ ਤਨ ਦੀ ਖੋਜ ਹੁੰਦੀ ਹੈ। ਜੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਪਾਂ ਨੂੰ ਭੇਦ ਦਿੱਤਾ ਇਸ ਸਰੀਰ ਦਾ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਗੁਰੂ ਸਾਹਿਬ ਕਹਿੰਦੇ ਤੁਸੀਂ ਸਰੀਰ ਦੀ ਖੋਜ ਕਰਨੀ, ਜੋ ਬ੍ਰਹਮੰਡ ਵਿੱਚ ਆ ਉਹੀ ਤੁਹਾਡੇ ਸਰੀਰ ਦੇ ਵਿੱਚ ਆ। ਸਾਡੇ ਇਸ ਸਰੀਰ ਨੂੰ ਪਿੰਡ ਗਿਆ ਗੁਰਬਾਣੀ ਦੇ ਵਿੱਚ। ਫਿਰ ਗੁਰੂ ਸਾਹਿਬ ਕਹਿੰਦੇ ਗੁਰੂ ਦੀ ਮੱਤ ਦੁਆਰਾ ਇਸ ਕਾਇਆ ਨੂੰ ਤੁਸੀਂ ਖੋਜਣਾ। ਗੁਰੂ ਸਾਹਿਬ ਕਹਿੰਦੇ ਗ੍ਰਹਿ ਸਰੀਰ ਗੁਰਮਤੀ ਖੋਜੈ, ਕਿ ਗ੍ਰਹਿ ਇਸ ਸਰੀਰ ਨੂੰ ਗੁਰੂ ਦੀ ਮੱਤ ਦੁਆਰਾ ਖੋਜਣਾ। ਉਹ ਖੋਜ ਫਿਰ ਸਾਡੀ ਸੰਗਤ ਵਿੱਚ ਜਾ ਕੇ ਹੁੰਦੀ ਆ। ਅਤੇ ਫਿਰ ਮਹਾਰਾਜ ਕਹਿੰਦੇ ਸੰਗਤ ਕਿਹੜੀ ਕਰਨੀ ਆ? ਜਦੋਂ ਆਪਾਂ ਗੁਰਬਾਣੀ ਗੁਰੂ ਦੁਆਰਾ ਭੇਦ ਲੈਂਦੇ ਹਾਂ, ਸੰਗਤ ਦੀ ਵਡਿਆਈ ਮਹਾਰਾਜ ਸਾਨੂੰ ਬਖਸ਼ਿਸ਼ ਕਰਦੇ ਆ। ਫਿਰ ਗੁਰੂ ਸਾਹਿਬ ਕਹਿੰਦੇ ਕਿਹੜੀ ਸੰਗਤ ਕਰਨੀ ਆ? ਕਹਿੰਦੇ ਸਤ ਸੰਗਤ ਕੈਸੀ ਜਾਣੀਏ, ਜਿੱਥੇ ਏਕੋ ਨਾਮ ਵਿਖਾਣੀਏ। ਕਹਿੰਦੇ ਸੰਗਤ ਉਹ ਆ ਜਿੱਥੇ ਇੱਕ ਨਾਮ ਦੀ ਵਿਆਖਿਆ ਹੁੰਦੀ ਆ, ਉਸ ਨਾਮ ਦੀ ਜੋ ਸਾਡੇ ਸਾਰਿਆਂ ਵਾਸਤੇ ਹੁਕਮ ਆ, ਜਿਸ ਨਾਮ ਦੇ ਸੰਬੰਧ ਵਿੱਚ ਸਤਿਗੁਰੂ ਸਾਨੂੰ ਭੇਦ ਦੇ ਰਹੇ ਆ। ਕਹਿੰਦੇ ਸਤ ਸੰਗਤ ਕੈਸੀ ਜਾਣੀਏ, ਜਿੱਥੇ ਏਕੋ ਨਾਮ ਵਿਖਾਣੀਏ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਹੁਣ ਉਹ ਨਾਮ ਸਾਡੇ ਸਾਰਿਆਂ ਵਾਸਤੇ ਹੁਕਮ ਆ। ਜੋ ਅਸੀਂ ਪਹਿਲਾਂ ਨਾਮ ਜਪਿਆ, ਜਿਹੜਾ ਗੁਰਮੰਤਰ ਦਾ ਅਸੀਂ ਅਭਿਆਸ ਕੀਤਾ, ਉਹਨੂੰ ਕਹਿੰਦੇ ਨਾਮ ਜਪਣਾ, ਆਰਾਧਨਾ, ਧਿਆਉਣਾ। ਫਿਰ ਜਦੋਂ ਆਪਾਂ ਵਿਚਾਰਾਂ ਤੋਂ ਰਹਿਤ ਹੋ ਜਾਂਦੇ ਹਾਂ, ਸੁੰਨ ਵਿੱਚ ਚਲੇ ਜਾਂਦੇ ਹਾਂ, ਉੱਥੇ ਜਿਸ ਮਾਲਕ ਨੂੰ ਅਸੀਂ ਆਵਾਜ਼ ਦਿੰਦੇ ਹਾਂ, ਉਸ ਦੀ ਆਵਾਜ਼ ਨੂੰ ਅਸੀਂ ਜੋ ਸੁਣਦੇ ਹਾਂ, ਉਸ ਨੂੰ ਨਾਮ ਕਿਹਾ ਗੁਰਬਾਣੀ ਵਿੱਚ। ਜੋ ਸਾਡੀ ਇਸ ਦੇਹ ਵਿੱਚ ਆ, ਜੋ ਸਾਡੇ ਸਾਰਿਆਂ ਵਾਸਤੇ ਹੁਕਮ ਆ। ਮਹਾਰਾਜ ਕਹਿੰਦੇ ਏਕੋ ਨਾਮ ਹੁਕਮ ਹੈ, ਕਿ ਇੱਕ ਨਾਮ ਤੁਹਾਡੇ ਸਾਰਿਆਂ ਵਾਸਤੇ ਹੁਕਮ ਆ। ਉਹਨੂੰ ਪਰਵਾਨਾ ਵੀ ਗੁਰਬਾਣੀ ਵਿੱਚ ਕਿਹਾ ਆ। ਜਿਵੇਂ ਹੁਣ ਆਪਾਂ ਸੰਸਾਰ ਵਿੱਚ ਵਿਚਰਦੇ ਹਾਂ, ਸਾਡੇ ਕੋਲ ਇੱਕ ਪਾਸਪੋਰਟ ਹੁੰਦਾ ਜਿਹਦੇ 'ਤੇ ਸਾਡੀ ਫੋਟੋ ਲਾਈ ਜਾਂਦੀ। ਜਿੱਥੇ ਵੀ ਅਸੀਂ ਇੱਕ ਦੇਸ਼ ਵਿੱਚੋਂ ਦੂਜੇ ਦੇਸ਼ ਵਿੱਚ ਪ੍ਰਵੇਸ਼ ਹੋਣਾ ਹੁੰਦਾ, ਫਿਰ ਅਸੀਂ ਉਹ ਆਪਣਾ ਪਾਸਪੋਰਟ ਦਿਖਾਉਂਦੇ, ਫਿਰ ਸਾਨੂੰ ਐਂਟਰ ਕਰਨ ਦਿੱਤਾ ਜਾਂਦਾ। ਇੱਦਾਂ ਹੀ ਗੁਰਬਾਣੀ ਵਿੱਚ ਪਰਵਾਨਾ ਕਿਹਾ ਹੈ। ਨਾਮ ਪਰਵਾਨਾ ਆ ਸਾਡੇ ਲਈ, ਜਿਹੜਾ ਸਾਨੂੰ ਦਰਗਾਹ ਦੇ ਵਿੱਚ ਸ਼ਨਾਖਤ ਕਰਾਉਂਦਾ ਹੈ, ਦਰਗਾਹ ਦੇ ਵਿੱਚ ਜਿਹਦੇ ਨਾਲ ਅਸੀਂ ਆ ਜਾ ਸਕਦੇ ਹਾਂ। ਉਹ ਪਰਵਾਨਾ ਹੈ ਨਾਮ ਦਾ। ਮਹਾਰਾਜ ਕਹਿੰਦੇ ਨਾਮ ਬਿਨਾਂ ਖੋਟੇ ਨਹੀਂ ਠਾਰ, ਕਿ ਨਾਮ ਤੋਂ ਬਿਨਾਂ ਕੋਈ ਠਾਰ ਨਹੀਂ ਹੈਗੀ। ਕਹਿੰਦੇ ਨਾਮ ਰਤਨ ਪਰਵਾਨੋ, ਕਿ ਉਹ ਤੁਹਾਡੇ ਵਾਸਤੇ ਨਾਮ ਜਿਹੜਾ ਰਤਨ ਆ, ਨਾਮ ਨੂੰ ਗੁਰਬਾਣੀ ਵਿੱਚ ਰਤਨ ਵੀ ਕਿਹਾ ਹੈ, ਅਮੁੱਲ ਆ, ਜਿਹਦਾ ਕੋਈ ਮੁੱਲ ਨਹੀਂ ਹੈਗਾ। ਅਤੇ ਮਹਾਰਾਜ ਕਹਿੰਦੇ ਉਹ ਸਾਰੇ ਵਾਸਤੇ ਉਹ ਇੱਕ ਪਰਵਾਨਾ ਆ, ਅਤੇ ਉਸ ਪਰਵਾਨੇ ਦੁਆਰਾ ਅਸੀਂ ਦਰਗਾਹ ਦੇ ਵਿੱਚ ਜਾ ਸਕਦੇ ਹਾਂ। ਕਹਿੰਦੇ ਪਤ ਮਤ ਪੂਰਾ ਪਰਵਾਨਾ ਨਾ ਆਵੇ ਨਾ ਜਾਸੀ, ਨਾਨਕ ਗੁਰਮੁਖ ਆਪ ਪਛਾਣੇ, ਪ੍ਰਭ ਜੈਸੇ ਅਵਿਨਾਸੀ। ਕਹਿੰਦੇ ਕਿ ਉਹ ਜਿਹੜਾ ਪਰਵਾਨਾ ਸਾਨੂੰ ਦਿੱਤਾ ਗਿਆ ਆ ਪਰਮਾਤਮਾ ਵੱਲੋਂ, ਅਕਾਲ ਪੁਰਖ ਵੱਲੋਂ, ਉਹ ਹੈਗਾ ਨਾਮ, ਜੋ ਸਾਡੇ ਸਾਰਿਆਂ ਵਾਸਤੇ ਹੁਕਮ ਆ। ਜਦੋਂ ਅਸੀਂ ਉਸ ਨਾਮ ਨੂੰ ਸੁਣਦੇ ਹਾਂ, ਸਾਡਾ ਮਨ ਪਰਮਾਤਮਾ ਦੇ ਹੁਕਮ ਵਿੱਚ ਹੁੰਦਾ। ਕਰਮ ਕਰਦੇ ਹਾਂ ਵੀ ਜੇ ਅਸੀਂ ਨਾਮ ਸੁਣਦੇ ਹਾਂ, ਜਦੋਂ ਅਸੀਂ ਭਗਤੀ ਕਰਦੇ ਹਾਂ, ਇਕਾਗਰ ਹੋ ਕੇ ਬੈਠਦੇ ਹਾਂ, ਅੰਤਰਗਤ ਜਾਂਦੇ ਹਾਂ, ਉਸ ਨਾਮ ਨੂੰ ਸੁਣਦੇ, ਸਾਡਾ ਮਨ ਉਸ ਵਕਤ ਹੁਕਮ ਵਿੱਚ ਹੁੰਦਾ। ਅਤੇ ਉਸ ਨਾਮ ਦੀ ਫਿਰ ਗੁਰਮੁਖ ਵਿਆਖਿਆ ਕਰਦੇ ਆ। ਜਦੋਂ ਉਸ ਨਾਮ ਵਿੱਚ ਸਮਾ ਜਾਂਦੇ ਆ, ਫਿਰ ਉਸ ਨਾਮ ਦੀ ਵਿਆਖਿਆ ਕਰਦੇ ਆ, ਜਿਹਨੂੰ ਮਹਾਰਾਜ ਗੁਰਬਾਣੀ 'ਚ ਕਹਿੰਦੇ ਅਕਥ ਕਥਾ ਫਿਰ ਗੁਰਮੁਖ ਕਰਦੇ। ਵਿਛੜਨ ਤੋਂ ਮਿਲਾਪ ਦਾ ਰਸਤਾ ਦੱਸਦੇ ਆ, ਜਿਨ੍ਹਾਂ ਦੀ ਨਾਮ ਵਿੱਚ ਨਾਲ ਲਿਵ ਜੁੜ ਜਾਂਦੀ, ਜਿਹੜੇ ਨਾਮ ਦੇ ਵਿੱਚ ਗੁਰਮੁਖ ਸਮਾ ਜਾਂਦੇ। ਇਹ ਫਿਰ ਸਾਰਾ ਭੇਦ ਸਾਨੂੰ ਸੰਗਤ ਵਿੱਚ ਆਉਂਦਾ, ਜਿੱਥੇ ਨਾਮ ਦੀ ਵਿਆਖਿਆ ਕੀਤੀ ਜਾਂਦੀ। ਫਿਰ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਆ ਕਿ ਜਦੋਂ ਅਸੀਂ ਫਿਰ ਸੰਗਤ ਵਿੱਚ ਜਾਂਦੇ ਹਾਂ, ਸੰਗਤ 'ਚ ਮਿਲਾਪ ਹੁੰਦਾ, ਫਿਰ ਅਸੀਂ ਹਰੀ ਦੇ ਗੁਣ ਦੀ ਵਿਆਖਿਆ ਉੱਥੇ ਸੁਣਦੇ ਹਾਂ, ਇੱਕ ਨਾਮ ਦਾ ਭੇਦ ਲੈਂਦੇ ਹਾਂ। ਫਿਰ ਉਹ ਜੋ ਹਰੀ ਦੇ ਗੁਣ ਆ ਸਾਨੂੰ ਫਿਰ ਸਿਖਾਏ ਜਾਂਦੇ, ਕਿਵੇਂ ਅਸੀਂ ਵੀ ਪਰਮਾਤਮਾ ਮਿੱਠ ਬੋਲਣਾ, ਅਸੀਂ ਵੀ ਮਿੱਠਾ ਬੋਲਣਾ। ਪਰਮਾਤਮਾ ਨਿਰਭਉ ਆ, ਅਸੀਂ ਵੀ ਨਿਰਭਉ ਹੋਣਾ, ਭਉ ਤੋਂ ਰਹਿਤ ਹੋਣਾ। ਮਹਾਰਾਜ ਕਹਿੰਦੇ ਜਿਹੜੇ ਜਪਦੇ ਆ ਉਹ ਨਿਰਭਉ ਹੋ ਜਾਂਦੇ ਆ, ਉਹ ਪਰਮਾਤਮਾ ਵਰਗੇ ਹੀ ਹੋ ਜਾਂਦੇ ਆ। ਜਿਨ ਹਰ ਜਪਿਆ ਸੇ ਹਰ ਹੋਏ। ਕਹਿੰਦੇ ਕਿ ਜਿਹੜਾ
ਪਰਮਾਤਮਾ ਨੂੰ ਜਪਦਾ ਆ, ਹਰੀ ਨੂੰ ਜਪਦਾ, ਉਹ ਹਰੀ ਵਰਗਾ ਹੀ ਹੋ ਜਾਂਦਾ। ਫਿਰ ਮਹਾਰਾਜ ਕਹਿੰਦੇ ਜਦੋਂ ਅਸੀਂ ਸੰਗਤ ਵਿੱਚ ਜਾਂਦੇ ਇਹ ਸੋਝੀ ਤਾਂ ਫਿਰ ਸਾਨੂੰ ਆਉਂਦੀ। ਕਹਿੰਦੇ ਸਤ ਸੰਗਤ ਮਿਲਾਪ ਜਿੱਥੇ ਹਰ ਗੁਣ ਸਦਾ ਵਿਖਾਣੀ ਹੈ। ਕਹਿੰਦੇ ਜਿੱਥੇ ਹਰ ਵਕਤ ਹਰੀ ਦੇ ਗੁਣਾਂ ਦੀ ਵਿਆਖਿਆ ਕੀਤੀ ਜਾਵੇ, ਉਹ ਸੱਚ ਅਕਾਲ ਪੁਰਖ ਨਿਰੰਕਾਰ ਬਾਰੇ ਦੱਸਿਆ ਜਾਵੇ, ਉਸ ਦੇ ਨਾਮ ਬਾਰੇ ਦੱਸਿਆ ਜਾਵੇ, ਮਹਾਰਾਜ ਕਹਿੰਦੇ ਉਹ ਸੰਗਤ ਨਾਲ ਅਸੀਂ ਮਿਲਾਪ ਕਰਨਾ, ਉਸ ਸੰਗਤ ਵਿੱਚ ਅਸੀਂ ਜਾਣਾ। ਫਿਰ ਮਹਾਰਾਜ ਕਹਿੰਦੇ ਸੰਗਤ ਵਿੱਚ ਬੈਠ ਜਾਓ। ਕਿਹੜੀ ਸੰਗਤ ਵਿੱਚ? ਜਿੱਥੇ ਹਰੀ ਦੇ ਨਾਮ ਜਪਿਆ ਜਾਂਦਾ, ਜਿੱਥੇ ਗੁਰਮੁਖ ਬੈਠ ਕੇ ਹਰੀ ਦਾ ਨਾਮ ਜਪਦੇ ਆ, ਉਹ ਇੱਕ ਸੰਗਤ ਬਣਦੀ ਆ। ਅਤੇ ਮਹਾਰਾਜ ਕਹਿੰਦੇ ਉੱਥੇ ਜਾ ਕੇ ਬੈਠ ਜਾਓ। ਮਹਾਰਾਜ ਫਰਮਾਉਂਦੇ ਗੁਰਬਾਣੀ 'ਚ, ਤਿਤ ਜਾਏ ਬਹੁ ਸਤ ਸੰਗਤੀ ਜਿੱਥੇ ਹਰ ਕਾ ਹਰ ਨਾਮ ਬੁਲੋਈਏ। ਫਿਰ ਕਹਿੰਦੇ ਕਿ ਉੱਥੇ ਜਾ ਕੇ ਬੈਠ ਜਾਓ ਜਿੱਥੇ ਪਰਮਾਤਮਾ ਦਾ ਨਾਮ ਜਪਿਆ ਜਾਂਦਾ, ਜਿਹਨੂੰ ਮਹਾਰਾਜ ਕਹਿੰਦੇ ਸਹਿਜੇ ਹੀ ਹਰ ਨਾਮ ਲਿਹੋ ਹਰ ਤੱਤ ਨਾ ਖੋਈਏ। ਫਿਰ ਇੱਥੇ ਸਮਝਾਇਆ ਹੈ ਕਿ ਜਿਵੇਂ ਹੁਣ ਆਪਾਂ ਸਿਮਰਨ ਕਰਦੇ, ਇੱਕ ਬੈਖਰੀ ਬਾਣੀ ਆ, ਮੱਧਮਾ ਬਾਣੀ ਆ, ਬਸੰਤੀ ਆ ਅਤੇ ਫਿਰ ਪਰਾ ਬਾਣੀ। ਫਿਰ ਜਦੋਂ ਆਪਾਂ ਸਿਮਰਨ ਕਰਦੇ ਹਾਂ ਉੱਚੀ ਬੋਲ ਕੇ ਇਹਨੂੰ ਕਹਿੰਦੇ ਬੈਖਰੀ ਬਾਣੀ। ਫਿਰ ਹੁੰਦਾ ਹੈ ਮੱਧਮਾ, ਸਹਿਜ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ। ਫਿਰ ਮਹਾਰਾਜ ਕਹਿੰਦੇ ਇਸ ਤਰੀਕੇ ਨਾਲ ਸਹਿਜ ਨਾਲ ਹਰੀ ਦਾ ਨਾਮ ਲੈਣਾ ਕਿ ਕੋਈ ਜਿਹਦੇ ਤੱਤ ਦਾ ਨਾ ਨੁਕਸਾਨ ਹੋਵੇ ਕਿਸੇ ਦਾ। ਫਿਰ ਆਂਦੇ ਨਿਤ ਜਪੀਏ ਹਰ ਹਰ ਦਿਨਸ ਰਾਤ ਹਰ ਦਰਗੇ ਟੋਈਏ, ਕਿ ਜਦੋਂ ਅਸੀਂ ਫਿਰ ਜਾਪ ਕਰਦੇ ਹਾਂ, ਪਰਮਾਤਮਾ ਦਾ ਨਾਮ ਜਪਦੇ ਹਾਂ, ਫਿਰ ਕਹਿੰਦੇ ਦਰਗਾਹ ਦੇ ਵਿੱਚ ਤੁਹਾਨੂੰ ਢੋਈ ਮਿਲ ਜਾਂਦੀ। ਇਹ ਫਿਰ ਗੁਰਬਾਣੀ 'ਚ ਆਪਾਂ ਨੂੰ ਦੱਸਿਆ ਉਹ ਸੰਗਤ ਵਿੱਚ ਜਾਣ ਦਾ ਸਾਨੂੰ ਕੀ ਫਾਇਦਾ, ਜਿੱਥੇ ਆਪਾਂ ਸੱਚੀ ਸੰਗਤ, ਜਿਹਨੂੰ ਮਹਾਰਾਜ ਗੁਰਬਾਣੀ 'ਚ ਕਹਿੰਦੇ। ਮਹਾਰਾਜ ਕਹਿੰਦੇ ਸੱਚੀ ਸੰਗਤ ਕਿਹੜੀ ਆ? ਜਿੱਥੇ ਨਾਮ ਜਪਿਆ ਜਾਂਦਾ, ਉਹਨਾਂ ਦੇ ਨਾਲ ਅਸੀਂ ਬੈਠਣਾ ਜਿੱਥੇ ਨਾਮ ਜਪਿਆ ਜਾਂਦਾ, ਪਰਮਾਤਮਾ ਦਾ ਨੂੰ ਯਾਦ ਕੀਤਾ ਜਾਂਦਾ, ਪਰਮਾਤਮਾ ਦੇ ਨਾਮ ਦੀ ਵਿਆਖਿਆ ਕੀਤੀ ਜਾਂਦੀ। ਮਹਾਰਾਜ ਕਹਿੰਦੇ ਸੱਚੀ ਬੈਸਕ ਤਿਨਾ ਸੰਗ, ਉਹਨਾਂ ਨਾਲ ਬੈਠਣਾ ਆ ਜਿਹੜੇ ਗੁਰਮੁਖ ਨਾਮ ਜਪਦੇ ਆ। ਕਹਿੰਦੇ ਸੱਚੀ ਬੈਸਕ ਤਿਨਾ ਸੰਗ ਜਿਨ ਸੰਗ ਜਪੀਏ ਨਾਉ ਤਿੰਨ ਸੰਗ ਨਾ ਕੀਚਈ ਨਾਨਕ ਜਿਨਾ ਆਪਣਾ ਸੁਆਓ। ਕਹਿੰਦੇ ਜਿਹੜੇ ਸਿਰਫ ਸਵਾਰਥ ਤੱਕ ਸੀਮਤ ਆ, ਮਹਾਰਾਜ ਕਹਿੰਦੇ ਉਹ ਸੰਗ ਨਹੀਂ ਅਸੀਂ ਕਰਨਾ, ਅਸੀਂ ਉਹਨਾਂ ਨਾਲ ਬੈਠਣਾ ਜਿਹੜੇ ਹਰੀ ਦਾ ਨਾਮ ਜਪਦੇ ਆ। ਫਿਰ ਆਪਾਂ ਨੂੰ ਗੁਰਬਾਣੀ ਸਮਝਾਇਆ ਹੈ ਕਿ ਜਿੱਥੇ ਹਰੀ ਦੇ ਜਨ ਨਾਮ ਜਪਦੇ ਆ, ਫਿਰ ਜਿਹੜੀ ਦੁਰਮਤ ਦੀ ਮੈਲ ਆ ਸਾਡੀ ਉੱਥੇ ਜਾ ਕੇ ਖਤਮ ਹੋ ਜਾਂਦੀ। ਜਿਹੜੇ ਸਾਡੇ ਮਨ ਨੂੰ ਵਿਚਾਰਾਂ ਦੀ, ਫੁਰਨਿਆਂ ਦੀ, ਦੁਬਦਾ ਦੀ, ਨਿੰਦਿਆ ਦੀ ਮੈਲ ਲੱਗਦੀ ਆ, ਜਦੋਂ ਆਪਾਂ ਸੰਗਤ ਵਿੱਚ ਜਾਂਦੇ ਹਾਂ, ਮਹਾਰਾਜ ਕਹਿੰਦੇ ਆ ਉੱਥੇ ਹਰੀ ਦੇ ਜਨ, ਰਾਮ ਦੇ ਜਨ, ਉਹ ਫਿਰ ਹਰੀ ਦੀ ਕਥਾ ਸੁਣਾਉਂਦੇ ਆ, ਨਾਲ ਉਹ ਸਿਮਰਨ ਕਰਾਉਂਦੇ ਆ, ਜਿਹਦੇ ਨਾਲ ਸਾਡੀ ਜਿਹੜੀ ਬੁੱਧ ਵਿਵੇਕ ਹੋ ਜਾਂਦੀ ਹੈ, ਦੁਰਮਤ ਦੀ ਮੈਲ ਖਤਮ ਹੋ ਜਾਂਦੀ, ਜਿਹਨੂੰ ਮਹਾਰਾਜ ਗੁਰਬਾਣੀ 'ਚ ਫਰਮਾਉਂਦੇ ਆ ਰਾਮ ਜਨਾ ਮਿਲ ਭਇਆ ਆਨੰਦਾ ਹਰ ਨੀਕੀ ਕਥਾ ਸੁਣਾਏ। ਫਿਰ ਉਹ ਹਰੀ ਦੀ ਜਿਹੜੇ ਹਰੀ ਦੇ ਜਨ ਹੁੰਦੇ ਆ, ਫਿਰ ਉਹ ਹਰੀ ਦੀ ਕਥਾ ਸਾਨੂੰ ਸੁਣਾਉਂਦੇ ਆ। ਫਿਰ ਕਹਿੰਦੇ ਦੁਰਮਤ ਮੈਲ ਗਈ ਸਭ ਨਿਕਲ। ਫਿਰ ਜਦੋਂ ਸਾਨੂੰ ਕਥਾ ਸੁਣਾਉਂਦੇ ਆ, ਕਥਾ ਦਾ ਭੇਦ ਦਿੰਦੇ ਆ, ਵਿਛੜਨ ਤੋਂ ਮਿਲਾਪ ਦੀ ਕਹਾਣੀ ਸੁਣਾਉਂਦੇ ਆ, ਦੱਸਦੇ ਕਿ ਜਿਹੜਾ ਸਾਡਾ ਮਨ ਵਿਚਾਰਾਂ, ਫੁਰਨਿਆਂ, ਦੁਬਦਾ, ਦਵੈਤ ਨਾਲ ਮੈਲਾ ਹੋਇਆ ਆ, ਸੈਸੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਕਿ ਸੈਸਿਆ ਫੁਰਨਿਆਂ ਨਾਲ ਤੁਹਾਡਾ ਮਨ ਮੈਲਾ ਹੋਇਆ। ਫਿਰ ਕਹਿੰਦੇ ਦੁਰਮਤ ਦੀ ਮੈਲ ਲੱਗੀ ਆ, ਜਦੋਂ ਫਿਰ ਆਪਾਂ ਉਹਨਾਂ ਦਾ ਸੰਗ ਕਰਦੇ ਹਾਂ, ਫਿਰ ਮਹਾਰਾਜ ਕਹਿੰਦੇ ਦੁਰਮਤ ਮੈਲ ਗਈ ਸਭ ਨਿਕਲ ਸਤ ਸੰਗਤ ਮਿਲ ਬੁੱਧ ਪਾਏ। ਉਹ ਦੁਰਮਤ ਦੀ ਮੈਲ ਸਾਡੀ ਖਤਮ ਹੋ ਜਾਂਦੀ ਹੈ ਜਦੋਂ ਅਸੀਂ ਸੰਗਤ ਕਰਦੇ ਹਾਂ। ਇਹ ਫਿਰ ਆਪਾਂ ਨੂੰ ਗੁਰਬਾਣੀ ਵਿੱਚ ਸੰਗਤ ਦਾ ਭੇਦ ਦਿੱਤਾ। ਫਿਰ ਕਹਿੰਦੇ ਸੰਗਤ ਵਿੱਚ ਆ ਕੇ ਅਸੀਂ ਮੁਕਤ ਹੋ ਜਾਂਦੇ ਹਾਂ, ਸਾਡੇ ਅਵਗੁਣ ਖਤਮ ਹੋ ਜਾਂਦੇ ਆ। ਕਿਉਂਕਿ ਜਦੋਂ ਅਸੀਂ ਸੰਗਤ ਨਹੀਂ ਕਰਦੇ, ਜੇ ਅਸੀਂ ਕੋਈ ਸੰਗਤ ਕਰਦੇ, ਉਹ ਵੀ ਗੁਰਬਾਣੀ ਵਿੱਚ ਦੱਸਿਆ ਆ ਕਿ ਉਹਦੀ ਕੀ ਹਾਲਤ ਹੁੰਦੀ ਆ। ਜਦੋਂ ਫਿਰ ਅਸੀਂ ਸੰਗਤ ਕਰਦੇ ਹਾਂ, ਗੁਰੂ ਸਾਹਿਬ ਨੇ ਫਿਰ ਸੰਗਤ ਬਾਰੇ ਸਮਝਾਇਆ। ਕਹਿੰਦੇ ਸੰਗਤ ਵਿੱਚ ਆ ਕੇ ਮਨ ਜਿਹੜਾ ਮੁਕਤ ਹੋ ਜਾਂਦਾ, ਵਿਚਾਰਾਂ ਤੋਂ ਰਹਿਤ ਹੋ ਜਾਂਦਾ, ਇਹ ਭਵ ਸਾਗਰ ਨੂੰ ਤਰ ਜਾਂਦਾ, ਇਹਦੇ ਅਵਗੁਣ ਦੂਰ ਹੋ ਜਾਂਦੇ। ਸਾਡੇ ਅੰਦਰ ਜਿਹੜੇ ਅਵਗੁਣ ਆ, ਅਵਗੁਣਾਂ ਨਾਲ ਮਨ ਭਰਿਆ ਹੋਇਆ ਆ, ਜਦੋਂ ਅਸੀਂ ਗੁਰੂ ਦੁਆਰਾ
ਸੰਗਤ ਵਿੱਚ ਆ ਕੇ ਗੁਰਮੁਖਾਂ ਤੋਂ ਵਿਚਾਰ ਸਰਵਣ ਕਰਦੇ ਹਾਂ, ਫਿਰ ਅਸੀਂ ਆਪਣੇ ਅੰਦਰ ਝਾਤੀ ਮਾਰਨੀ ਹੁੰਦੀ ਕਿ ਸਾਡਾ ਮਨ ਕਿੱਥੇ ਆ। ਜਦੋਂ ਅਸੀਂ ਆਪਣੇ ਅਵਗੁਣ ਦੇਖਣੇ ਸ਼ੁਰੂ ਕਰ ਦਿੱਤੇ, ਫਿਰ ਉਹਨਾਂ ਨੂੰ ਕੱਢਣਾ ਸੌਖਾ ਹੋ ਜਾਂਦਾ। ਅਤੇ ਗੁਰੂ ਸਾਹਿਬ ਕਹਿੰਦੇ ਮੁਕਤ ਭਏ ਸਾਧ ਸੰਗਤ ਕਰ, ਤਿਨ ਕੇ ਅਵਗੁਣ ਸਭ ਪਰ ਹਰਿਆ, ਤਿਨ ਕੋ ਦੇਖ ਭਏ ਕਿਰਪਾਲਾ, ਤਿਨ ਭਵ ਸਾਗਰ ਤਰਿਆ। ਕਿ ਇਸ ਤਰੀਕੇ ਨਾਲ ਸਾਡਾ ਮਨ ਭਵ ਸਾਗਰ ਤਰ ਜਾਂਦਾ, ਜਿਹੜਾ ਵਿਚਾਰਾਂ ਦਾ, ਫੁਰਨਿਆਂ ਦਾ, ਜਿਹਦੇ 'ਚ ਅਗਨ ਸਾਗਰ, ਬਿਕ ਸਾਗਰ ਆ, ਸੁਖ ਸਾਗਰ ਆ, ਇਹਨੂੰ ਭਵ ਸਾਗਰ ਕਿਹਾ ਹੈ। ਕਦੇ ਤਮੋਗੁਣੀ ਲਹਿਰਾਂ ਚੱਲਦੀਆਂ, ਕਾਮ ਕ੍ਰੋਧ ਲੋਭ ਹੰਕਾਰ ਦੀਆਂ, ਕਦੇ ਸਤੋਗੁਣੀ ਦਇਆ ਨਿਮਰਤਾ ਸਹਿਣਸ਼ੀਲਤਾ, ਇਹ ਲਹਿਰਾਂ ਦੇ ਵਿੱਚ ਮਨ ਫਸਿਆ ਰਹਿੰਦਾ। ਕਦੇ ਰਜੋਗੁਣੀ ਆਸ਼ਾ ਅਭਿਲਾਸ਼ਾ ਤ੍ਰਿਸ਼ਨਾਵਾਂ ਦੀਆਂ ਲਹਿਰਾਂ ਚੱਲਦੀਆਂ। ਇਹਨਾਂ ਵਿਚਾਰਾਂ 'ਚ ਜਦੋਂ ਮਨ ਫਸਿਆ ਹੁੰਦਾ, ਫਿਰ ਸੰਗਤ ਕਰਨੀ ਹੁੰਦੀ। ਸੰਗਤ ਵਿੱਚ ਆ ਕੇ ਸਾਡੇ ਜਿਹੜੇ ਅਵਗੁਣ ਆ ਉਹ ਖਤਮ ਹੋਣੇ ਸ਼ੁਰੂ ਹੋ ਜਾਂਦੇ। ਫਿਰ ਮਹਾਰਾਜ ਨੇ ਆਪਾਂ ਨੂੰ ਸਮਝਾਇਆ ਆ ਕਿ ਇਸ ਤਰੀਕੇ ਨਾਲ ਤੁਸੀਂ ਸੰਗਤ ਕਰਨੀ ਆ, ਸਾਧੂਆਂ ਦਾ ਸੰਗ ਕਰਨਾ, ਫਿਰ ਗੁਰਮੁਖਾਂ ਦਾ ਸੰਗ ਕਰਨਾ, ਫਿਰ ਮਹਾਰਾਜ ਨੇ ਆਪਾਂ ਨੂੰ ਦੱਸਿਆ ਸੰਤਾਂ ਦਾ ਸੰਗ ਕਰਨਾ। ਹੁਣ ਗੁਰਬਾਣੀ ਵਿੱਚ ਸਾਧੂ ਸੰਤ ਭਗਤ ਬਾਰੇ ਸਾਨੂੰ ਖੋਲ੍ਹ ਕੇ ਸਮਝਾਇਆ ਆ, ਫਿਰ ਉਹਨਾਂ ਦੀਆਂ ਨਿਸ਼ਾਨੀਆਂ ਦੱਸੀਆਂ ਆ, ਤਾਂ ਜੋ ਅਸੀਂ ਜਦੋਂ ਸੰਗਤ ਕਰਨੀ ਸਾਨੂੰ ਪਤਾ ਲੱਗ ਜੇ ਕਿ ਸਾਧੂ ਕੌਣ ਆ, ਸੰਤ ਕੌਣ ਆ, ਜਿਹੜਾ ਮਨ ਪਰਮਾਤਮਾ ਨੂੰ ਮਿਲ ਚੁੱਕਾ, ਪਰਮਾਤਮਾ ਦੀ ਹੀ ਗੱਲ ਕਰਦੇ ਆ। ਗੁਰਮੁਖ ਉੱਥੋਂ ਦੀ ਅਵਸਥਾ ਦੀ, ਦਰਗਾਹ ਦੀ, ਸੱਚ ਦੀ, ਪਰਲੋਕ ਦੀ, ਜਿੱਥੋਂ ਦੇ ਸਾਡਾ ਮਨ ਵਾਸੀ ਆ, ਉੱਥੋਂ ਦਾ ਸਾਨੂੰ ਭੇਜ ਦਿੰਦੇ ਆ ਉਹ ਸਾਧੂ ਸੰਤ ਜਿਹੜੇ ਆਪ ਮਿਲੇ ਪਰਮਾਤਮਾ ਨਾਲ। ਉਹਨਾਂ ਨੇ ਗੱਲ ਹੀ ਫਿਰ ਥਿਰਕਰ ਤੋਂ, ਨਿਜ ਮਹਿਲ ਤੋਂ, 10ਵੇਂ ਦੁਆਰ ਤੋਂ ਕਰਨੀ ਹੁੰਦੀ ਕਿ ਉੱਥੇ ਤੱਕ ਸਾਨੂੰ ਪਹੁੰਚਾਉਣਾ ਹੁੰਦਾ। ਅਤੇ ਮਹਾਰਾਜ ਨੇ ਆਪਾਂ ਨੂੰ ਫਿਰ ਸਾਧੂਆਂ ਦਾ, ਸੰਤਾਂ ਦਾ ਸੰਗ ਦੱਸਿਆ, ਜਿਹਨੂੰ ਮਹਾਰਾਜ ਕਹਿੰਦੇ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਏ। ਜਦੋਂ ਫਿਰ ਸੰਤਾਂ ਦਾ ਸੰਗ ਕਰਦੇ ਹਾਂ, ਜੋ ਖਜ਼ਾਨਾ ਆ ਨਿਧਾਨ ਨਾਮ, ਜਿਹਨੂੰ ਮਹਾਰਾਜ ਕਹਿੰਦੇ ਅਨਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ ਕੂੰਜੀ, ਕਿ ਜਿਹੜੀ ਅਨਹਦ ਬਾਣੀ ਜੋ ਸਾਡੇ ਸਾਰਿਆਂ ਦੇ ਅੰਦਰ ਚੱਲ ਰਹੀ ਹੈ, ਜਿਸ ਨੂੰ ਮਹਾਰਾਜ ਕਹਿੰਦੇ ਜਿਹੜੀ ਹਰੀ ਦੀ ਕਥਾ ਆ, ਹਰ ਕੀ ਕਥਾ ਅਨਾਹਦ ਬਾਣੀ, ਉਹ ਫਿਰ ਸੰਤਾਂ ਨੇ ਸਾਨੂੰ ਉੱਥੋਂ ਦਾ ਭੇਦ ਦੇਣਾ ਹੁੰਦਾ ਕਿ ਕਿੱਥੇ ਤੁਹਾਡੇ ਅੰਦਰ ਅਨਹਦ ਬਾਣੀ ਚੱਲ ਰਹੀ, ਕਿਵੇਂ ਉਸ ਨੂੰ ਸੁਣਨਾ। ਉੱਥੋਂ ਦਾ ਭੇਦ ਫਿਰ ਸੰਤ ਸਾਧੂ ਸਾਨੂੰ ਦਿੰਦੇ। ਫਿਰ ਅੰਮ੍ਰਿਤ ਰਸ ਦਾ ਭੇਦ ਦਿੰਦੇ, ਜਿਹੜੇ ਸਾਡੇ ਮਨ ਦੀ ਖੁਰਾਕ ਆ। ਮਹਾਰਾਜ ਕਹਿੰਦੇ ਸੰਤਾ ਸੰਗ ਨਿਧਾਨ ਅੰਮ੍ਰਿਤ ਚਾਖੀਏ, ਕਿ ਅੰਮ੍ਰਿਤ ਸਾਡੇ ਅੰਦਰ ਕਿੱਥੇ ਆ, ਕਿਵੇਂ ਉਸ ਨੂੰ ਤੁਸੀਂ ਪੀਣਾ ਆ, ਕਿਵੇਂ ਗੁਰਬਾਣੀ 'ਚ ਵਿਧੀ ਦੱਸੀ, ਫਿਰ ਉਹ ਤਰੀਕਾ ਸਾਨੂੰ ਸਮਝਾਉਂਦੇ। ਇੱਦਾਂ ਹੀ ਫਿਰ ਸਾਧੂ ਦਾ ਸੰਗ ਮਹਾਰਾਜ ਨੇ ਕਿਹਾ ਹੈ ਕਿ ਮਹਿਮਾ ਸਾਧੂ ਸੰਗ ਕੀ, ਫਿਰ ਉਹ ਆਪਾਂ ਨੂੰ ਸਮਝਾਉਂਦੇ ਆ ਕਿ ਜਦੋਂ ਫਿਰ ਅਸੀਂ ਸਾਧੂ ਦਾ ਸੰਗ ਕਰਦੇ ਹਾਂ, ਫਿਰ ਉਹਨਾਂ ਨੇ ਉੱਥੋਂ ਦਾ ਖੇਲ ਸਮਝਾਇਆ ਕਿ ਸਾਧੂ ਦਾ ਜਿਹੜਾ ਸੰਗ ਕਰਦੇ ਉਹਦੀ ਮਹਿਮਾ ਦੱਸੀ ਆ ਕਿ ਸਾਡੀ ਜਿਹੜੀ ਮੈਲ ਮਨ ਦੀ ਖਤਮ ਹੋ ਜਾਂਦੀ ਆ, ਸਾਡਾ ਮਨ ਨਿਰਮਲ ਹੋ ਜਾਂਦਾ। ਮਹਾਰਾਜ ਫਰਮਾਉਂਦੇ ਆ ਗੁਰਬਾਣੀ ਵਿੱਚ, ਕਹਿੰਦੇ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੈ ਨਿਰਮਲ ਪੈ ਚੀਤਾ। ਕਹਿੰਦੇ ਤੁਹਾਡਾ ਜਿਹੜਾ ਮਨ ਆ ਉਹ ਨਿਰਮਲ ਹੋ ਜਾਂਦਾ ਜਦੋਂ ਸਾਧੂ ਦਾ ਸੰਗ ਕਰਦੇ ਆ। ਫਿਰ ਉਦਾਹਰਨਾਂ ਦਿੱਤੀਆਂ, ਕਹਿੰਦੇ ਜਿਹੜਾ ਪਿੰਗਲ ਹੁੰਦਾ ਆ, ਪਿੰਗਲਾ, ਉਹ ਪਰਬਤ ਨੂੰ ਪਾਰ ਕਰ ਜਾਂਦਾ। ਜਿਹੜੀ ਭਗਤੀ ਕਰਦੇ ਆ, ਸਾਧੂਆਂ ਦਾ ਸੰਗ ਕਰਕੇ, ਗੁਰਮੁਖਾਂ ਦਾ ਸੰਗ ਕਰਕੇ, ਭਗਤਾਂ ਦਾ ਸੰਗ ਕਰਕੇ, ਸਿਮਰਨ ਕਰਦੇ ਆਪਾਂ ਨਾਮ ਤੱਕ ਪਹੁੰਚਦੇ ਆ। ਫਿਰ ਉਹ ਆਪਾਂ ਨੂੰ ਸਮਝਾਉਂਦੇ ਆਂਦੇ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ। ਕਹਿੰਦੇ ਜਿਹੜਾ ਪਿੰਗਲਾ ਹੁੰਦਾ ਉਹ ਵੀ ਪਹਾੜ ਨੂੰ ਪਾਰ ਹੋ ਜਾਂਦਾ, ਅਤੇ ਜਿਹੜਾ ਮਹਾਰਾਜ ਕਹਿੰਦੇ ਆ ਮੂਰਖ ਹੁੰਦਾ ਉਹ ਵੀ ਸਿਆਣਾ ਬਣ ਜਾਂਦਾ। ਫਿਰ ਆਂਦੇ ਅੰਧਲੇ ਤ੍ਰੈ ਭਵਨ ਸੂਝਿਆ ਗੁਰ ਭੇਟ ਪੁਨੀਤਾ। ਫਿਰ ਜਿਹੜਾ ਕਹਿੰਦੇ ਅੰਨਾ ਹੁੰਦਾ ਹੈ ਉਹਨੂੰ ਤਿੰਨੇ ਭਵਨਾਂ ਦੀ ਸੂਝੀ ਹੋ ਜਾਂਦੀ। ਜਦੋਂ ਸਾਧੂ ਦਾ ਸੰਗ ਕਰਦਾ, ਗੁਰਮੁਖਾਂ ਦਾ ਸੰਗ ਕਰਦਾ, ਉਸ ਸਟੇਜ 'ਤੇ ਮਨ ਨੂੰ ਲੈ ਜਾਂਦਾ, ਵਿਚਾਰਾਂ ਤੋਂ ਰਹਿਤ ਕਰ ਲੈਂਦਾ, ਕਿਉਂਕਿ ਸਾਧੂ ਨੇ ਅਦ੍ਰਿਸ਼ਟ ਦਾ, ਅਗੋਚਰ ਦਾ ਅਤੇ 10ਵੇਂ ਦੁਆਰ ਦਾ ਭੇਦ ਦੇਣਾ ਹੁੰਦਾ। ਹੁਣ ਸਾਨੂੰ ਨਿਸ਼ਾਨੀ ਗੁਰੂ ਸਾਹਿਬ ਨੇ ਦੱਸੀ। ਹੁਣ ਆਪਾਂ ਵੀ ਦੇਖਦੇ ਹਾਂ ਸਾਧੂ ਸੰਤ ਬੜੇ ਅਤੇ ਦੁਨੀਆ 'ਤੇ, ਪਰ ਮਹਾਰਾਜ ਕਹਿੰਦੇ ਤੁਹਾਨੂੰ ਨਿਸ਼ਾਨੀ ਪਤਾ ਹੋਣੀ ਚਾਹੀਦੀ ਹੈ। ਅਦਿਸ਼ਟ ਅਗੋਚਰ ਪਾਰ ਬ੍ਰਹਮ ਮਿਲ ਸਾਧੂ ਅਕਥ ਕਥਾਇਆ ਥਾ, ਅਨਹ ਸ਼ਬਦ 10ਵੇਂ ਦੁਆਰ ਵੱਜਿਓ ਅਤੇ ਅੰਮ੍ਰਿਤ ਨਾਮ ਚੁਆਇਆ ਥਾ। ਸਾਧੂ ਨੇ ਕਿਹਦਾ ਭੇਦ ਦੇਣਾ? ਅਦ੍ਰਿਸ਼ਟ ਦਾ, ਜਿਹੜਾ ਦਿਸਦਾ ਨਹੀਂ ਉਹ ਕਿਵੇਂ ਦੇਖਣਾ, ਉਹਦਾ ਭੇਦ ਦੇਣਾ ਹੈ ਕਿ ਉਹ ਕਿੱਥੇ ਮਾਲਕ ਬੈਠਾ। ਫਿਰ ਉਹਨਾਂ ਨੇ ਸਾਨੂੰ ਭੇਦ ਦੇਣਾ 10ਵੇਂ ਦੁਆਰ ਦਾ, ਕਿਵੇਂ 10ਵੇਂ ਦੁਆਰ ਵਿੱਚ ਨਾਮ ਆ, ਅਨਹ ਸ਼ਬਦ ਆ, ਕਿਵੇਂ ਫਿਰ ਉੱਥੇ ਅੰਮ੍ਰਿਤ ਰਸ ਆਉਂਦਾ ਹੈ। ਅਨਹਦ ਸ਼ਬਦ 10ਵੇਂ ਦੁਆਰ ਵੱਜਿਓ ਅਤੇ ਅੰਮ੍ਰਿਤ ਨਾਮ ਚੁਆਇਆ ਥਾ, ਕਿ ਕਿੱਥੇ
ਅੰਮ੍ਰਿਤ ਨਾਮ ਆ ਸਾਡੇ ਅੰਦਰ, ਕਿਵੇਂ ਤੁਸੀਂ ਅਭਿਆਸ ਕਰਨਾ, ਕਿਵੇਂ ਉੱਥੋਂ ਤੱਕ ਪਹੁੰਚਣਾ, ਉਹ ਫਿਰ ਭੇਟ ਦੇਣਾ ਹੁੰਦਾ ਸਾਨੂੰ ਸਾਧੂ ਨੇ। ਫਿਰ ਮਹਾਰਾਜ ਨੇ ਆਪਾਂ ਨੂੰ ਗੁਰਬਾਣੀ ਵਿੱਚ ਦੱਸਿਆ ਆ ਕਿ ਜਿਹੜਾ ਵੀ ਭਗਤੀ ਕਰਦਾ ਆ ਪਰਮਾਤਮਾ ਦੀ, ਕੋਈ ਵੀ ਹੈ ਪਰਮਾਤਮਾ ਦੀ ਜਿਹੜੀ ਭਗਤੀ ਜੋ ਕਰਦੇ ਨੇ, ਭਾਵੇਂ ਕਹਿੰਦੇ ਕੀੜੀ ਵੀ ਹਾਥੀ ਨੂੰ ਜਿੱਤ ਲੈਂਦੀ ਹੈ। ਮਹਾਰਾਜ ਦੀ ਭਗਤੀ 'ਚ ਇੰਨੀ ਸ਼ਕਤੀ ਆ, ਕਹਿੰਦੇ ਕਿ ਕੀੜੀ ਵੀ ਹਾਥੀ ਨੂੰ ਜਿੱਤ ਲੈਂਦੀ ਹੈ। ਅਤੇ ਜਿਹੜਾ ਵੀ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਂਦਾ ਹੈ, ਪਰਮਾਤਮਾ ਨੂੰ ਨਿਰਭਉ ਬਣਾ ਦਿੰਦੇ ਆ। ਮਹਾਰਾਜ ਫਰਮਾਉਂਦੇ ਗੁਰਬਾਣੀ 'ਚ, ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ, ਕਿ ਕੀੜੀ ਹਾਥੀ ਨੂੰ ਜਿੱਤ ਲੈਂਦੀ ਹੈ। ਜੀ ਭਗਤੀ ਹੈ, ਜਿਹੜਾ ਆਪਾਂ ਹੁਣ ਸਿਮਰਨ ਅਭਿਆਸ ਕਰਦੇ ਹਾਂ, ਭਗਤੀ ਕਰਦੇ ਹਾਂ, ਇਹਦੇ ਨਾਲ ਸਾਡੇ ਅੰਦਰ ਪਿਆਰ ਪੈਦਾ ਹੁੰਦਾ। ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਸਾਡੇ ਅੰਦਰ ਪ੍ਰੀਤ ਉਹ ਖਿੱਚ ਬਣ ਜਾਂਦੀ ਹੈ ਜਿਹੜੀ ਪਰਮਾਤਮਾ ਨੂੰ ਮਿਲਣ ਦੀ, ਜਿਹਦੇ ਨਾਲ ਫਿਰ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਤਾਂ ਗੁਰੂ ਸਾਹਿਬ ਕਹਿੰਦੇ ਐਸੀ ਭਗਤੀ ਆ ਗੋਬਿੰਦ ਦੀ, ਪਰਮਾਤਮਾ ਦੀ, ਕਿ ਕੀੜੀ ਵੀ ਹਾਥੀ ਨੂੰ ਜਿੱਤ ਲੈਂਦੀ ਹੈ। ਜੋ ਕੀਨੋ ਆਪਣੋ ਤਿਸ ਅਭੈ ਦਾਨ ਦਿੱਤਾ, ਕਹਿੰਦੇ ਜਿਹਨੂੰ ਵੀ ਪਰਮਾਤਮਾ ਆਪਣਾ ਬਣਾ ਲੈਂਦੇ ਆ, ਜਿਹੜਾ ਗੁਰਮੁਖ ਭਗਤੀ ਕਰਕੇ ਮਾਲਕ ਨਾਲ ਮਿਲ ਜਾਂਦਾ, ਉਹਨੂੰ ਫਿਰ ਨਿਰਭਉ ਕਰ ਦਿੰਦੇ ਆ। ਫਿਰ ਕਹਿੰਦੇ ਸਿੰਘ ਬੁਲਾਈ ਹੋਏ ਗਿਓ ਤ੍ਰੈ ਮੇਰ ਦਖੀਤਾ, ਕਹਿੰਦੇ ਕਿ ਜਿਹੜਾ ਸ਼ੇਰ ਆ, ਸ਼ੇਰ ਇੱਕ ਬਿੱਲੀ ਬਣ ਜਾਂਦਾ ਅਤੇ ਪਹਾੜ ਘਾਹ ਦੀ ਤੀਲੀ ਬਣ ਜਾਂਦਾ। ਜਿਵੇਂ ਹੁਣ ਪਹਾੜ 'ਤੇ ਚੜ੍ਹਨਾ ਹੋਵੇ ਅਤੇ ਦੇਖਦੇ ਕਿ ਬਹੁਤ ਉੱਚਾ ਆ, ਕਿਵੇਂ ਚੜ੍ਹਾਂਗੇ, ਕਹਿੰਦੇ ਜਦੋਂ ਭਗਤੀ ਕਰਦੇ ਹਾਂ ਉਹ ਇੱਕ ਤੀਲੀ ਵਾਂਗੂ ਦਿਸਦਾ। ਇਹ ਆਪਾਂ ਨੂੰ ਗੁਰਬਾਣੀ ਵਿੱਚ ਭੇਜ ਦਿੱਤਾ। ਫਿਰ ਕਹਿੰਦੇ ਸਰਮ ਕਰਤੇ ਦਮ ਆਡ ਕੋ ਤੇ ਗਣਿਤ ਨੀਤਾ, ਕਹਿੰਦੇ ਕਿ ਜਿਹੜਾ ਹੁੰਦਾ ਆ ਮਿਹਨਤ ਕਰਦਾ ਆ, ਉਹਨੂੰ ਪਰਮਾਤਮਾ ਧਨੀ ਬਣਾ ਦਿੰਦੇ ਆ, ਧਨਵਾਨ ਬਣਾ ਦਿੰਦੇ। ਕਹਿੰਦੇ ਕਵਣ ਵਡਾਈ ਕਹਿ ਸਕੋ ਬੇਅੰਤ ਗੁਨੀਤਾ, ਕਹਿੰਦੇ ਜਿਹੜੇ ਸਾਧੂ ਦੀ ਮਹਿਮਾ ਹੈ ਨਾ ਸੰਗ ਦੀ, ਜਦੋਂ ਸਾਧੂ ਦਾ ਸੰਗ ਕਰਦੇ ਹਾਂ, ਕਹਿੰਦੇ ਕਿ ਉਹਨਾਂ ਦੀ ਵਡਿਆਈ ਨਹੀਂ ਕਹਿ ਸਕਦੇ, ਬੇਅੰਤ ਗੁਣ ਆ, ਉਹਨਾਂ ਗੁਣਾਂ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ। ਕਹਿੰਦੇ ਕਰ ਕਿਰਪਾ ਮੋਹਿ ਨਾਮ ਦੇਹੋ ਨਾਨਕ ਦਰ ਸਰੀਤਾ, ਕਹਿੰਦੇ ਸਾਡੇ 'ਤੇ ਵੀ ਕਿਰਪਾ ਕਰੋ ਅਕਾਲ ਪੁਰਖ ਨਿਰੰਕਾਰ, ਸਾਨੂੰ ਉਸ ਨਾਮ ਦੀ ਬਖਸ਼ਿਸ਼ ਕਰੋ, ਅਸੀਂ ਵੀ ਤੇਰੇ ਦਰ ਦੇ ਗੁਲਾਮ ਹਾਂ। ਜਿਵੇਂ ਆਪਾਂ ਸੰਤਾਂ ਦਾ ਸਾਧੂਆਂ ਦਾ ਸੰਗ ਕਰਦੇ ਹਾਂ, ਇਵੇਂ ਮਹਾਰਾਜ ਗੁਰਬਾਣੀ ਕਹਿੰਦੇ ਭਗਤਾਂ ਦੇ ਸੰਗ ਦੀ ਮਹਿਮਾ ਦੱਸੀ ਆ। ਕਹਿੰਦੇ ਭਗਤ ਜਨਾਂ ਕੇ ਸੰਗ ਪਾਪ ਗਵਾਵਣਾ, ਕਿ ਜਦੋਂ ਅਸੀਂ ਭਗਤਾਂ ਦੀ ਸੰਗਤ ਕਰਦੇ ਹਾਂ, ਜਿਹੜੇ ਸਾਡੇ ਪਾਪ ਆ ਉਹ ਖਤਮ ਹੋ ਜਾਂਦੇ ਆ। ਜਾਂ ਨਾਨਕ ਸਦ ਬਲਿਹਾਰੇ ਬਲ ਬਲ ਜਾਵਣਾ, ਮਹਾਰਾਜ ਕਹਿੰਦੇ ਫਿਰ ਅਸੀਂ ਬਲਿਹਾਰ ਜਾਂਦੇ ਹਾਂ। ਫਿਰ ਮਹਾਰਾਜ ਨੇ ਆਪਾਂ ਨੂੰ ਇੱਦਾਂ ਹੀ ਜਦੋਂ ਸੰਤ ਸਾਧੂ ਭਗਤ ਦਾ ਆਪਾਂ ਸੰਗ ਕਰਦੇ, ਫਿਰ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਦੇ ਸੰਗ ਦੱਸਿਆ ਕਿ ਬ੍ਰਹਮ ਗਿਆਨੀ ਦਾ ਜਦੋਂ ਅਸੀਂ ਸੰਗ ਕਰਦੇ ਹਾਂ ਕਿ ਉਧਾਰ ਹੋ ਜਾਂਦਾ ਸਾਡਾ। ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਸਾਰਿਆਂ ਦਾ ਉਧਾਰ ਹੋ ਜਾਂਦਾ, ਕਿਰਪਾ ਹੋ ਜਾਂਦੀ ਜਦੋਂ ਅਸੀਂ ਬ੍ਰਹਮ ਗਿਆਨੀ ਦਾ ਸੰਗ ਕਰਦੇ ਹਾਂ। ਨਾਨਕ ਬ੍ਰਹਮ ਗਿਆਨੀ ਜਪੇ ਸਗਲ ਸੰਸਾਰ। ਇਸ ਕਰਕੇ ਮਹਾਰਾਜ ਨੇ ਆਪਾਂ ਨੂੰ ਹੁਣ ਗੁਰਬਾਣੀ ਵਿੱਚ ਸਮਝਾਇਆ ਕਿ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, ਫਿਰ ਪਰਮਾਤਮਾ ਨਾਲ ਜਦੋਂ ਅਸੀਂ ਵਿਚਾਰ ਸਰਵਣ ਕਰਦੇ ਹਾਂ, ਫਿਰ ਸਾਡੀ ਵੀ ਪ੍ਰੀਤ ਪਰਮਾਤਮਾ ਨਾਲ ਬਣਦੀ ਆ। ਫਿਰ ਸਾਡਾ ਵੀ ਮਨ ਭਗਤੀ ਕਰਨ ਨੂੰ ਮਨ ਕਰਦਾ ਕਿ ਅਸੀਂ ਵੀ ਪਰਮਾਤਮਾ ਨੂੰ ਮਿਲੀਏ, ਭਗਤੀ ਕਰੀਏ। ਇਹ ਸੰਗਤ ਦੀ ਮਹਾਨਤਾ ਮਹਾਰਾਜ ਨੇ ਗੁਰਬਾਣੀ ਵਿੱਚ ਸਮਝਾਈ ਆ ਕਿ ਜਦੋਂ ਅਸੀਂ ਵਾਰ-ਵਾਰ ਗੁਰਮੁਖਾਂ ਤੋਂ ਸੰਗਤ ਕਰਦੇ ਹਾਂ, ਗੁਰਮੁਖਾਂ ਤੋਂ ਵਾਰ-ਵਾਰ ਸੁਣਦੇ ਹਾਂ ਉਹ ਕਹਾਣੀ ਨੂੰ, ਸਾਡੇ ਅੰਦਰ ਫਿਰ ਉਹ ਕਹਾਣੀ ਬੈਠ ਜਾਂਦੀ, ਸਾਡੇ ਜਿਹੜੇ ਅਵਗੁਣ ਆ ਉਹ ਖਤਮ ਹੋਣੇ ਸ਼ੁਰੂ ਹੋ ਜਾਂਦੇ। ਤਾਂ ਕਰਕੇ ਮਹਾਰਾਜ ਕਹਿੰਦੇ ਹਰ ਹਰ ਕਥਾ ਨਿਤ ਸਦਾ ਕਰ ਗੁਰਮੁਖ ਕਥ ਕਹਾਣੀ, ਕਿ ਕਹਿੰਦੇ ਕਿ ਜਿਹੜੀ ਕਥਾ ਆ ਰੋਜ਼ ਕਰੋ। ਵਿਛੜਨ ਤੋਂ ਮਿਲਾਪ ਦਾ ਰਸਤਾ ਹੈ ਜਿਹੜਾ ਗੁਰਬਾਣੀ ਗੁਰੂ ਵਿੱਚ ਸਮਝਾਇਆ ਗਿਆ, ਇਹ ਰੋਜ਼ ਕਥਾ ਕਰੋ। ਕਿਉਂਕਿ ਜਦੋਂ ਵੀ ਅਸੀਂ ਸੰਸਾਰ ਵਿੱਚ ਉਹਨੇ ਰੋਜ਼ ਭੁੱਲ ਜਾਂਦੇ ਹਾਂ, ਮਨ ਭੁੱਲੋ ਮਾਇਆ ਕਰ ਜਾਈ। ਜਦੋਂ ਫਿਰ ਆਪਾਂ ਇੱਦਾਂ ਸ਼ਬਦ ਦੀ ਵਿਚਾਰ ਵਾਰ-ਵਾਰ ਕਰਦੇ ਹਾਂ, ਫਿਰ ਮਹਾਰਾਜ ਕਹਿੰਦੇ ਭੁੱਲਾ ਮਨ ਸਮਝੇ ਗੁਰ ਸ਼ਬਦੀ। ਇਹ ਮਨ ਨੂੰ ਸਮਝਾਉਣ ਦਾ ਇੱਕ ਹੀ ਤਰੀਕਾ, ਗਿਆਨ ਦੇਣ ਦਾ, ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ। ਗੁਰੂ ਸਾਹਿਬ ਨੇ ਖੋਲ੍ਹ ਕੇ ਸਾਨੂੰ ਸਾਰਾ ਖੇਲ ਸਮਝਾਇਆ। ਫਿਰ ਮਹਾਰਾਜ ਕੁਸੰਗਤ ਦਾ ਦੱਸਦੇ ਆ, ਕਹਿੰਦੇ ਕਿ ਕੁਸੰਗਤ ਵਿੱਚ ਜਦੋਂ ਬੈਠ ਜਾਂਦੇ ਹਾਂ, ਉੱਥੇ ਮਹਾਰਾਜ ਕਹਿੰਦੇ ਫਿਰ ਦੁੱਖ ਕਮਾਉਣੇ ਆ। ਜਿਵੇਂ ਸੰਗਤ ਵਿੱਚ ਜਾ ਕੇ ਅਸੀਂ ਸੁੱਖ ਪ੍ਰਾਪਤ ਕਰਦੇ ਹਾਂ, ਸਾਡੇ ਅਵਗੁਣ ਦੂਰ ਹੁੰਦੇ ਆ, ਇੱਦਾਂ ਮਹਾਰਾਜ ਕਹਿੰਦੇ ਜੇ ਕੁਸੰਗਤ ਵਿੱਚ ਬਹਿ ਜਾਂਦੇ ਹਾਂ, ਉੱਥੇ ਦੁੱਖ ਮਨ ਨੂੰ ਮਿਲਦਾ।
ਕਿਉਂਕਿ ਜਿੱਥੇ ਵੀ ਅਸੀਂ ਬੈਠਦੇ ਹਾਂ ਉਸਤਤ ਨਿੰਦਿਆ ਹੈ, ਜਿਹਦਾ ਕੋਈ ਸਾਡੇ ਮਨ ਨੂੰ ਲਾਭ ਨਹੀਂ ਹੁੰਦਾ। ਕਿਸੇ ਦੀ ਉਸਤਤ ਕਰੀ ਜਾਂਦੇ, ਕਿਸੇ ਦੀ ਨਿੰਦਿਆ ਕਰੀ ਜਾਂਦੇ, ਉਹ ਮੈਲ ਚੜਾ ਰਹੇ। ਅਤੇ ਮਹਾਰਾਜ ਗੁਰਬਾਣੀ 'ਚ ਫਿਰ ਦੱਸਦੇ ਆ, ਕਹਿੰਦੇ ਦੂਜੇ ਭਾਏ ਦੁਸ਼ਟਾਂ ਕਾ ਵਾਸਾ। ਪਹਿਲਾਂ ਸੰਗਤ ਦਾ ਮਹਾਰਾਜ ਨੇ ਭੇਜ ਦਿੱਤਾ ਕਿ ਸੰਗਤ ਦੀ ਕਿੰਨੀ ਵਡਿਆਈ ਆ, ਮਹਿਮਾ ਆ, ਜਿੱਥੇ ਅਸੀਂ ਜਾ ਕੇ ਮਾਲਕ ਨੂੰ ਹੀ ਮਿਲ ਲੈਂਦੇ ਹਾਂ, ਭਗਤੀ ਕਰਦੇ ਹਾਂ। ਦੂਜੇ ਪਾਸੇ ਮਹਾਰਾਜ ਕਹਿੰਦੇ ਜਿਹੜੇ ਧਾਤ ਦੇ ਰਸਤੇ 'ਤੇ ਤੁਰਿਆ ਹੋਇਆ ਮਨ, ਦੂਜੇ ਭਾਏ ਉਹਨਾਂ ਨੂੰ ਦੁਸ਼ਟ ਕਿਹਾ ਆ, ਜਿਹੜੇ ਪੰਜਾਂ ਦਾ ਸਾਥ, ਪੰਜ ਜਿਹੜੇ ਆ, ਪੰਜਾਂ ਦਾ ਜਦੋਂ ਸਾਥ ਲੈ ਲੈਂਦੇ ਆ ਫਿਰ ਦੁਸ਼ਟਾਂ ਦਾ ਵਸ ਹੈ। ਮਹਾਰਾਜ ਕਹਿੰਦੇ ਭਉ ਦੇ ਫਿਰੇ ਬਹੁ ਮੋਹ ਪਿਆਸਾ, ਕਿ ਮੋਹ ਦੇ ਵਿੱਚ ਪਏ ਹੋਏ ਫਿਰ ਮਨ ਜਿਹੜਾ ਆ ਘੁੰਮਦਾ ਫਿਰਦਾ ਹੈ। ਕਹਿੰਦੇ ਕੁਸੰਗਤ ਬਹਿ ਸਦਾ ਦੁੱਖ ਪਾਵੈ, ਦੁੱਖੋ ਦੁੱਖ ਕਮਾਇਆ। ਕਹਿੰਦੇ ਕਿ ਕੁਸੰਗਤ ਵਿੱਚ ਬਹਿ ਕੇ ਉਹਨਾਂ ਨੂੰ ਦੁੱਖ ਮਿਲਦਾ ਅਤੇ ਦੁੱਖ ਹੀ ਕਮਾਉਂਦੇ ਰਹਿੰਦੇ ਸਾਰਾ ਦਿਨ। ਫਿਰ ਜਿਹੜੇ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਚਿੱਤ ਕਠੋਰ ਹੁੰਦੇ ਸੰਗਤ ਵਿੱਚ ਜਾ ਕੇ, ਉੱਧਰ ਮਹਾਰਾਜ ਨੇ ਦੱਸਿਆ ਜਿਹੜੇ ਸੰਗਤ ਕਰਦੇ ਆ ਉਹਨਾਂ ਦੇ ਜਿਹੜੇ ਮਨ ਨਿਰਮਲ ਹੋ ਜਾਂਦੇ, ਅਤੇ ਜਿਹੜੇ ਮਹਾਰਾਜ ਕਹਿੰਦੇ ਕੁਸੰਗਤ ਕਰਦੇ ਆ ਉਹ ਮਨ ਕਠੋਰ ਹੁੰਦੇ ਆ। ਅਤੇ ਜਦੋਂ ਸੰਗਤ ਵਿੱਚ ਵੀ ਕਿਤੇ ਚਲੇ ਜਾਂਦੇ, ਸਤਿਗੁਰੂ ਦੀ ਸ਼ਰਨ ਵਿੱਚ ਵੀ ਚਲੇ ਜਾਂਦੇ, ਉੱਥੇ ਵੀ ਵਿਚਾਰਾਂ ਕਰਨ ਲੱਗ ਪੈਂਦੇ। ਸੰਗਤ ਵਾਲ ਛਲ ਕਰਕੇ ਚਿੱਤ ਥੋੜ੍ਹਾ ਟਾਈਮ ਕੱਢਦੇ ਆ, ਫਿਰ ਉੱਠ ਕੇ ਚਲੇ ਜਾਂਦੇ, ਉਹ ਬਹਿ ਨਹੀਂ ਸਕਦੇ ਸਤਿਗੁਰ ਦੇ ਕੋਲ। ਅਤੇ ਗੁਰੂ ਸਾਹਿਬ ਗੁਰਬਾਣੀ 'ਚ ਫਰਮਾਉਂਦੇ ਆ, ਜਿਨ ਕੀ ਚਿੱਤ ਕਠੋਰ ਹੈ ਸੇ ਬਹਿ ਨ ਸਤਿਗੁਰ ਪਾਸ। ਕਹਿੰਦੇ ਉਹਨਾਂ ਜਿਨ੍ਹਾਂ ਦੇ ਕਠੋਰ ਚਿੱਤ ਆ ਸਤਿਗੁਰ ਪਾਸ ਨਹੀਂ ਬਹਿੰਦੇ। ਉੱਥੇ ਸੱਚ ਵਰਤਦਾ, ਕਿ ਸਤਿਗੁਰ ਦੀ ਸ਼ਰਨ ਵਿੱਚ ਸੱਚ ਵਰਤਦਾ, ਉਹਨਾਂ ਨੇ ਸੱਚ ਦਾ ਭੇਦ ਦੇਣਾ, ਪਰਮਾਤਮਾ ਦਾ ਭੇਦ ਦੇਣਾ। ਸੰਗਤ ਵਿੱਚ ਮਾਲਕ ਆਪ ਵਸਦਾ। ਪਰ ਕੁੜਿਆਰ ਜਿਹੜੇ ਆ ਧਾਤ ਦੇ ਰਸਤੇ 'ਤੇ ਚੱਲੇ ਹੋਏ, ਉਹਨਾਂ ਦੇ ਉੱਥੇ ਚਿੱਤ ਉਦਾਸ ਹੋ ਜਾਂਦੇ। ਕੁੜਿਆਰਾਂ ਚਿੱਤ ਉਦਾਸ। ਫਿਰ ਕਹਿੰਦੇ ਓਏ ਵੱਲ ਛਲ ਘਰ ਝੱਤ ਕੱਢ ਦੇ, ਫਿਰ ਜਾਏ ਬਹਿ ਕੁੜਿਆਰਾ ਪਾਸ। ਕਿਉਂਕਿ ਸੰਗਤ ਵੀ ਬਹੁਤ ਵੱਡੇ ਭਾਗ ਹੋਣ ਅਤੇ ਮਹਾਰਾਜ ਦੀ ਬਖਸ਼ਿਸ਼ ਹੋਵੇ ਅਤੇ ਸਾਨੂੰ ਸੰਗਤ ਮਿਲਦੀ ਹੈ। ਨਹੀਂ ਤਾਂ ਮਹਾਰਾਜ ਕਹਿੰਦੇ ਜਿਹੜੀ ਕੁਸੰਗਤ ਆ ਉੱਥੇ ਚਿੱਤ ਕਠੋਰ ਰਹਿੰਦੇ ਆ, ਅਤੇ ਜਿਹੜੇ ਸੰਗਤ ਵਿੱਚ ਜਾ ਕੇ ਬਹਿ ਵੀ ਜਾਂਦੇ ਆ ਉਹ ਵੀ ਫਿਰ ਉੱਥੇ ਵੱਲ ਛਲ, ਜਿਨ੍ਹਾਂ ਦੇ ਚਿੱਤ ਕਠੋਰ ਹੁੰਦੇ ਆ ਕਿ ਫਟਾਫਟ ਇੱਥੋਂ ਚਲੇ ਜਾਈਏ, ਉਹ ਫਿਰ ਕੁੜਿਆਰਾਂ ਕੋਲ ਜਾ ਕੇ ਬਹਿ ਜਾਂਦੇ ਜਿਹੜੇ ਧਾਤ ਦੇ ਰਸਤੇ 'ਤੇ ਚੱਲੇ ਹੋਏ। ਇੱਦਾਂ ਮਹਾਰਾਜ ਨੇ ਆਪਾਂ ਨੂੰ ਫਿਰ ਗੁਰਬਾਣੀ 'ਚ ਸਮਝਾਇਆ। ਕਹਿੰਦੇ ਕੁੜਿਆਰੀ ਜਿਹੜੇ ਕੁੜਿਆਰ ਆ, ਜਿਹੜੇ ਕੂੜ ਦਾ ਜਿਨ੍ਹਾਂ ਨੇ ਸਾਥ ਲਿਆ ਆ, ਅਤੇ ਮਹਾਰਾਜ ਕਹਿੰਦੇ ਕੁੜਿਆਰ ਕੁੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਉਹਨਾਂ ਨੂੰ ਕੁੜਿਆਰ ਕਹਿ ਦਿੱਤਾ ਜਿਹੜੇ ਸੰਗਤ ਨਹੀਂ ਕਰਦੇ, ਕੁਸੰਗਤ ਵਿੱਚ ਜਾਂਦੇ ਆ। ਅਤੇ ਜਿਹੜੇ ਸਚਿਆਰ ਸਿੱਖ ਹੁੰਦੇ ਮਹਾਰਾਜ ਕਹਿੰਦੇ ਉਹ ਫਿਰ ਸਤਿਗੁਰ ਦੇ ਕੋਲ ਬੈਠਦੇ ਆ, ਉਹ ਭੇਦ ਲੈਂਦੇ ਆਪਣਾ। ਫਿਰ ਇੱਦਾਂ ਹੀ ਮਹਾਰਾਜ ਨੇ ਆਪਾਂ ਨੂੰ ਫਿਰ ਕੁਸੰਗਤ ਦਾ ਦੱਸਿਆ, ਭੇਦ ਦਿੱਤਾ। ਕਹਿੰਦੇ ਕਬੀਰ ਮਾਰੀ ਮਰੋ ਕੁਸੰਗ ਕੀ, ਕੇਲੇ ਨਿਕਟ ਜੋ ਬੇਰ। ਫਿਰ ਉਦਾਹਰਨ ਦਿੱਤੀ ਕੁਸੰਗ ਜਿਹੜਾ ਕਰਦੇ, ਕੁਸੰਗਤ ਕਰਦੇ ਆ ਜਿੱਥੇ ਸੱਚ ਨਾਮ ਦੀ ਵਿਆਖਿਆ ਨਹੀਂ ਹੁੰਦੀ। ਕਹਿੰਦੇ ਕਿ ਉਹ ਫਿਰ ਬੇਰ ਦੀ ਅਤੇ ਕੇਲੇ ਦੀ ਉਦਾਹਰਨ ਦਿੱਤੀ ਆ। ਕਹਿੰਦੇ ਜਿਹੜਾ ਬੇਰੀ ਅਤੇ ਕੇਲਾ ਇੱਕ ਜਗ੍ਹਾ ਕੋਲ ਹੁੰਦੇ ਆ, ਜਦੋਂ ਹਵਾ ਆਉਂਦੀ ਆ ਤਾਂ ਬੇਰੀ ਝੂਲਦੀ ਆ ਅਤੇ ਉਹ ਕੇਲੇ ਦੇ ਪੱਤਿਆਂ ਨੂੰ ਚੀਰ ਕੇ ਚਲੀ ਜਾਂਦੀ। ਇੱਦਾਂ ਹੀ ਜਿਹੜਾ ਅਸੀਂ ਮਨਮੁੱਖਾਂ ਦਾ ਸੰਗ ਕਰਦੇ, ਕੁਸੰਗਤ ਕਰਦੇ ਹਾਂ, ਉਹ ਕਹਿੰਦੇ ਫਿਰ ਉਹ ਇੱਦਾਂ ਹੀ ਉਹ ਦੁਖੀ ਹੁੰਦਾ ਮਨ, ਜਿਵੇਂ ਬੇਰੀ ਕੇਲੇ ਦੇ ਪੱਤਿਆਂ ਨੂੰ ਚੀਰ ਜਾਂਦੀ। ਕਹਿੰਦੇ ਉਹ ਝੂਲੇ ਉਹ ਚੀਰੀਏ ਸਾਕਤ ਸੰਗ ਨਾ ਹੀਰ। ਕਹਿੰਦੇ ਇੱਦਾਂ ਸਾਕਤ ਦਾ ਸੰਗ ਨਹੀਂ ਕਰਨਾ ਜਿਹੜੇ ਦੁੱਖ ਹੀ ਦਿੰਦੇ ਆ। ਫਿਰ ਮਹਾਰਾਜ ਨੇ ਆਪਾਂ ਨੂੰ ਗੁਰਬਾਣੀ ਵਿੱਚ ਸਮਝਾਇਆ ਆ, ਕਹਿੰਦੇ ਕਿ ਜਿਹੜਾ ਚੰਦਨ ਹੁੰਦਾ, ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ, ਉਹ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਕਹਿੰਦੇ ਕਿ ਚੰਦਨ ਦੇ ਕੋਲ ਰਹਿਣ ਵਾਲੇ ਜਿਹੜੇ ਚੰਦਨ ਸੁਗੰਧ ਦਿੰਦੇ ਆ, ਜਿਹੜੇ ਨਿਮਰਤਾ 'ਚ ਹੁੰਦੇ ਆ, ਉਹ ਵੀ ਸੁਗੰਧ ਦੇਣ ਲੱਗ ਪੈਂਦੇ ਆ। ਜੋ ਚੰਦਨ ਦੀ ਵਾਸਨਾ ਆਉਂਦੀ ਆ ਉਹ ਵੀ ਸੁਗੰਧ ਦੇਣ ਲੱਗ ਪੈਂਦੇ ਆ। ਅਤੇ ਜਿਹੜਾ ਬਾਸ ਹੁੰਦਾ, ਜਿਹਨੂੰ ਕਠੋਰ ਚਿੱਤ ਕਿਹਾ ਆ, ਜਿਹੜਾ ਬਾਸ ਹੁੰਦਾ ਉਹ ਵੀ ਚੰਦਨ ਦੇ ਕੋਲ ਹੁੰਦਾ, ਪਰ ਉਹਦੇ ਕੋਲੋਂ ਸੁਗੰਧ ਨਹੀਂ ਆਉਂਦੀ, ਕਿਉਂਕਿ ਉਹ ਭੇਦ ਹੀ ਨਹੀਂ ਲੈਂਦਾ ਆਪਣਾ। ਇਹਦਾ ਆਪਾਂ ਨੂੰ ਗੁਰਬਾਣੀ 'ਚ ਉਦਾਹਰਨਾਂ ਦੇ ਕੇ ਦੱਸਿਆ ਕਿ ਜਿਹੜੇ ਗੁਰਮੁਖ ਨਿਮਰਤਾ 'ਚ ਹੁੰਦੇ, ਸਾਧੂ ਸੰਤਾਂ ਦਾ ਸੰਗ ਕਰਦੇ, ਸਤਿਗੁਰ ਦੀ ਸ਼ਰਨ ਵਿੱਚ ਜਾਂਦੇ ਆ, ਉਹ ਸਤਿਗੁਰ ਵਾਂਗੀ ਹੋ ਜਾਂਦੇ ਆ। ਉਹਨਾਂ ਵਾਂਗੀ ਉਹਨਾਂ 'ਚ ਨਿਮਰਤਾ, ਸਹਿਜ, ਸੰਤੋਖ ਆਉਂਦਾ ਆ। ਸਾਰਾ ਖੇਲ ਸਤਿਗੁਰ ਤੋਂ ਸਿੱਖਦੇ ਆ, ਫਿਰ ਆਪਣੇ ਮਨ ਨੂੰ ਉਸ ਤਰੀਕੇ ਨਾਲ ਢਾਲਦੇ ਆ। ਅਤੇ ਜਿਹੜਾ ਹੈਗਾ ਮਹਾਰਾਜ ਕਹਿੰਦੇ ਕੁੜਿਆਰ,
ਜਿਹੜੇ ਦੇ ਚਿੱਤ ਕਠੋਰ ਆ ਉਹਨਾਂ ਦੇ ਕੀ, ਉਹ ਭਾਵੇਂ ਚੰਦਨ ਕੋਲ ਗੁਰਮੁਖਾਂ ਕੋਲ ਬੈਠੇ ਵੀ ਰਹਿਣ, ਉਹਨਾਂ 'ਚੋਂ ਸੁਗੰਧ ਨਹੀਂ ਆਉਂਦੀ, ਕਿਉਂਕਿ ਉਹ ਭੇਦ ਨਹੀਂ ਲੈਂਦੇ, ਆਪਣੀ ਮੱਤ ਨਹੀਂ ਛੱਡਦੇ। ਜਿੰਨਾ ਚਿਰ ਅਸੀਂ ਆਪਣੀ ਮੱਤ ਨਹੀਂ ਛੱਡਦੇ ਉਹਨਾਂ ਚਿਰ ਅਸੀਂ ਫਿਰ ਜੋ ਗੁਰੂ ਸਾਹਿਬ ਗੁਰਬਾਣੀ ਸਮਝਾਉਂਦੇ ਉੱਦਾਂ ਦੇ ਬਣਦੇ ਨਹੀਂ। ਸੋ ਗੁਰੂ ਸਾਹਿਬ ਨੇ ਇਹ ਆਪਾਂ ਨੂੰ ਸਮਝਾਇਆ, ਕਹਿੰਦੇ ਕਬੀਰ ਬਾਸ ਬੁੜਾਈ ਬੁੱਢਿਆ ਇਉਂ ਮਤ ਡੂਬੋ ਕੋਏ, ਚੰਦਨ ਕੇ ਨਿਕਟੇ ਬਸੇ ਬਾਸ ਸੁਗੰਧ ਨਾ ਹੋਏ। ਕਹਿੰਦੇ ਕਿ ਉਹ ਚੰਦਨ ਦੇ ਕੋਲ ਹੀ ਵਸਦਾ ਪਰ ਉਹਦੇ 'ਚ ਕੋਈ ਸੁਗੰਧ ਨਹੀਂ ਆਉਂਦੀ। ਜਿਵੇਂ ਹੁਣ ਆਪਾਂ ਦੇਖਦੇ ਹਾਂ ਕਿ ਜਿਹੜੇ ਗੁਰਮੁਖ ਸਾਧੂ ਸੰਗਤਾਂ ਦਾ, ਭਗਤਾਂ ਦਾ, ਸਤਿਗੁਰ ਦੀ ਸ਼ਰਨ ਵਿੱਚ ਜਾਂਦੇ ਆ, ਸੰਗ ਕਰਦੇ, ਫਿਰ ਉਹ ਜੋ ਉਹਨਾਂ ਨੂੰ ਸਿਖਾਇਆ ਜਾਂਦਾ ਉਹੀ ਬੋਲੀ ਬੋਲਦੇ, ਸਤਿਗੁਰ ਦੀ ਬੋਲੀ ਬੋਲਦੇ, ਭੇਦ ਗੁਰਬਾਣੀ ਦੁਆਰਾ ਹੀ ਸਾਰਾ ਦਿੰਦੇ। ਅਤੇ ਜਿਹੜੇ ਫਿਰ ਨਹੀਂ ਸੰਗਤ ਕਰਦੇ, ਨਹੀਂ ਜਾਂਦੇ, ਉਹ ਫਿਰ ਦੁਬਦਾ ਦੀਆਂ, ਨਿੰਦਿਆਂ ਦੀਆਂ ਉਹੀ ਗੱਲਾਂ ਹਮੇਸ਼ਾ ਬੋਲਦੇ। ਤਾਂ ਮਹਾਰਾਜ ਕਹਿੰਦੇ ਕਿ ਸਾਥ ਕਰਨਾ, ਕੋਲ ਬੈਠਣਾ, ਜਿੰਨਾ ਚਿਰ ਅਸੀਂ ਗਿਆਨ ਨਹੀਂ ਲੈਂਦੇ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਸਤਿਗੁਰ ਨੂੰ ਸਾਰੇ ਅਸੀਂ ਦੇਖ ਰਹੇ ਹਾਂ ਲੇਕਿਨ ਮੁਕਤ ਕਿਉਂ ਨਹੀਂ ਹੋ ਰਹੇ, ਡਿੱਠਿਆ ਮੁਕਤ ਨਾ ਹੋਈ ਜੇ ਚਿਰ ਸ਼ਬਦ ਨ ਕਰੇ ਵਿਚਾਰ। ਸਤਿਗੁਰ ਨੂੰ ਸਭ ਕੋ ਵੇਖਦਾ, ਕਹਿੰਦੇ ਸਾਰੇ ਹੀ ਦੇਖ ਰਹੇ ਆ, ਸੰਗ ਅਸੀਂ ਮਾਲਕ ਦਾ ਸਾਰੇ ਹੀ ਕਰ ਰਹੇ ਹਾਂ, ਪਰਮਾਤਮਾ ਸਾਡੇ ਨਾਲ ਹਮੇਸ਼ਾ ਵਸਦੇ ਆ, ਲੇਕਿਨ ਸਾਨੂੰ ਨਾ ਭੇਦ ਹੋਣ ਕਰਕੇ ਅਸੀਂ ਮਾਲਕ ਦੇ ਕੋਲ ਹੀ ਵਸ ਰਹੇ ਹਾਂ, ਨਾ ਤਾਂ ਉਹਨੂੰ ਦੇਖਦੇ ਹਾਂ ਅਤੇ ਨਾ ਹੀ ਉਹਦੇ ਗੁਣ ਧਾਰਨ ਕਰਦੇ ਹਾਂ। ਇਹਦੇ ਲਈ ਮਹਾਰਾਜ ਕਹਿੰਦੇ ਕਿ ਕੋਲ ਰਹਿਣ ਨਾਲ ਉਹ ਜੋ ਆਪਾਂ ਨੂੰ ਸਿੱਖਿਆ ਦਿੰਦੇ ਉਹ ਸਿੱਖਿਆ ਨੂੰ ਅੰਦਰ ਧਾਰਨ ਕਰਨਾ ਹੈ, ਤਾਂ ਫਿਰ ਅਸੀਂ ਵੀ ਸੁਗੰਧ ਦੇਵਾਂਗੇ ਉੱਦਾਂ ਦੀ, ਅਸੀਂ ਵੀ ਨਿਰਭਉ ਹੋਵਾਂਗੇ। ਮਹਾਰਾਜ ਕਹਿੰਦੇ ਜਿਨ ਹਰਿ ਜਪਿਆ ਸੇ ਹਰਿ ਹੋਏ, ਅਸੀਂ ਵੀ ਫਿਰ ਹਰੀ ਵਰਗੇ ਹੋ ਜਾਵਾਂਗੇ। ਸੋ ਸੰਗ ਕਰਨ ਦਾ ਇਹ ਫਾਇਦਾ ਕਿ ਅਸੀਂ ਉਹ ਸਿੱਖਿਆ ਨੂੰ ਲੈ ਕੇ ਉਹਦੇ 'ਤੇ ਪ੍ਰੈਕਟੀਕਲ ਆਪ ਅਭਿਆਸ ਕਰੀਏ। ਜਦੋਂ ਅਸੀਂ ਆਪ ਅਭਿਆਸ ਕਰਾਂਗੇ, ਵਾਹਿਗੁਰੂ ਕਿਰਪਾ ਕਰਦੇ, ਮਹਾਰਾਜ ਨੇ ਆਪਾਂ ਨੂੰ ਭਗਤੀ ਦਾ ਖੇਲ ਸਮਝਾਇਆ ਹੈ ਕਿ ਕਿਵੇਂ ਭਗਤੀ ਕਰਦਿਆਂ ਹੋਇਆਂ ਮਨ ਨੂੰ ਕਿਹੜੀ ਅਵਸਥਾ ਪ੍ਰਾਪਤ ਹੋ ਜਾਂਦੀ, ਕਿਵੇਂ ਮਾਲਕ ਨਾਲ ਮਿਲਾਪ ਕਰ ਲੈਂਦਾ। ਇਹ ਫਿਰ ਸਾਰਾ ਸਾਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਮਝਾਇਆ, ਤਾਂ ਜੋ ਆਪਾਂ ਸੰਗਤ ਕਰਕੇ ਖੇਲ ਨੂੰ ਸਮਝ ਕੇ ਖੇਲ ਨੂੰ ਜਿੱਤ ਸਕੀਏ। ਵਾਹਿਗੁਰੂ ਜੀ ਸਾਡੇ ਸਾਰਿਆਂ 'ਤੇ ਕਿਰਪਾ ਕਰਨ। ਇੰਨੀਆਂ ਬੇਨਤੀਆਂ ਕਰਦਿਆਂ ਹੋਇਆਂ ਜੇ ਕੋਈ ਸ਼ਬਦ ਗਲਤ ਬੋਲਿਆ ਗਿਆ ਹੋਵੇ, ਗੁਰੂ ਅਤੇ ਸੰਗਤ ਬਖਸ਼ਣਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।